इस साल ਅਸੀਂ ਸਾਰੇ ਇੱਕ ਗੱਲ ਜ਼ਰੂਰ ਮੰਨਦੇ ਹਾਂ ਕਿ 2014 ਅਮਰੀਕਾ ਵਿੱਚ has been quite eventful for the news. Politics ਤੋਂ ਲੈ ਕੇ civil rights ਤੱਕ, world peace ਤੋਂ ਲੈ ਕੇ world collaboration ਤੱਕ, every one of the news has been groundbreaking. ਤੇ ਆ ਤੁਹਾਨੂੰ ਲੈ ਕੇ ਚੱਲਦੇ ਹਾਂ ਉਹ news ਦਿਖਾਉਣ ਦੇ ਲਈ which have been on an international level. Either they have created awareness or they've created some hangama. ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਆਈਸਿਸ ਦੇ ਟੈਰਰਿਸਟ ਅਟੈਕਸ ਦੀ ਤਰਫ। ਇਸ ਗਰੁੱਪ ਨੇ ਖੁੱਲੇ ਆਮ ਪੂਰੀ ਦੁਨੀਆ ਦੇ ਸਾਹਮਣੇ ਇਨੋਸੈਂਟ ਲੋਕਾਂ ਦਾ ਕਤਲ ਕੀਤਾ ਹੈ। ਫਿਰ ਦੇਖਦੇ ਹਾਂ ਇਮੀਗ੍ਰੇਸ਼ਨ ਇਸ਼ੂਜ਼ ਦੀ ਤਰਫ। ਸਾਲ 2015 ਸਾਡੇ ਦਰਵਾਜ਼ੇ ਅੱਗੇ ਆ ਖੜਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਲ ਵੀ ਸਭ ਦੇ ਲਈ ਖੁਸ਼ੀਆਂ ਖੇੜਿਆ ਭਰਿਆ ਹੋਵੇ। ਪਰ ਹਰ ਸਾਲ ਆਪਣੇ ਪਿੱਛੇ ਕਈ ਕੌੜੀਆਂ ਯਾਦਾਂ ਛੱਡ ਜਾਂਦਾ ਹੈ ਅਤੇ ਇਹ ਯਾਦਾਂ ਅਕਸਰ ਸਾਨੂੰ ਸਤਾਉਂਦੀਆਂ ਰਹਿੰਦੀਆਂ ਨੇ। ਹੋਰਨਾਂ ਮੁਲਕਾਂ ਵਾਂਗ ਅਮਰੀਕਾ ਦੇ ਲੋਕ ਵੀ ਸ਼ਾਂਤੀ ਚਾਹੁੰਦੇ ਨੇ, ਪਰ ਸ਼ਾਇਦ ਸਾਲ 2014 ਨੂੰ ਇਹ ਮਨਜ਼ੂਰ ਨਹੀਂ ਸੀ। ਇਰਾਕ ਵਿੱਚ ਮੌਜੂਦ ਦਹਿਸ਼ਤਗਰਦਾਂ ਤੇ ਅਮਰੀਕਾ ਵਿੱਚ ਲਗਾਤਾਰ ਜੰਗ ਛਿੜੀ ਹੋਈ ਹੈ, ਜਿਸ ਨੇ ਕਈ ਬੇਕਸੂਰ ਲੋਕਾਂ ਦੇ ਘਰ ਤਬਾਹ ਕਰ ਦਿੱਤੇ। ਇਹ ਉਹ ਮਾਸੂਮ ਚਿਹਰੇ ਨੇ ਜਿਨ੍ਹਾਂ ਨੇ ਮੌਤ ਨੂੰ ਆਪਣੇ ਨੇੜਿਓਂ ਗੁਜ਼ਰਦੇ ਵੇਖਿਆ। ਆਪਣਿਆਂ ਦੀ ਅਜਾਈ ਮੌਤ ਨੂੰ ਵੇਖ ਚੁੱਕੇ ਨੇ ਇਹ ਲੋਕ। ਜੀ ਹਾਂ, ਸਾਲ 2014 ਦੇ ਜੂਨ ਮਹੀਨੇ ਦੇ ਦੌਰਾਨ ਇਰਾਕ ਵਿੱਚ ਛਿੜੀ ਜੰਗ ਵਿੱਚ ਆਪਣਾ ਸਭ ਕੁਝ ਗਵਾ ਚੁੱਕੇ ਇਹ ਲੋਕ ਹੁਣ ਇੱਕ ਪਲ ਬੁਨਿਆਦੀ ਸਹੂਲਤਾਂ ਹਾਸਲ ਕਰਨ ਲਈ ਤਰਸ ਰਹੇ ਨੇ। ਕਈ ਦਿਨਾਂ ਤੋਂ ਇਰਾਕ ਦੇ ਸਿੰਜਰ ਪਹਾੜ ਤੇ ਕਿਸੇ ਤਰ੍ਹਾਂ ਦਹਿਸ਼ਤਗਰਦਾਂ ਤੋਂ ਬਚ ਕੇ ਇਹ ਲੋਕ ਆਪਣਾ ਗੁਜ਼ਾਰਾ ਕਰ ਰਹੇ ਸਨ ਅਤੇ ਕਈ ਉਡੀਕ ਕਰ ਰਹੇ ਸਨ ਉਸ ਘੜੀ ਦੀ ਜਦੋਂ ਕੋਈ ਇਹਨਾਂ ਦਾ ਮਸੀਹਾ ਬਣ ਕੇ ਆਏਗਾ ਅਤੇ ਇਹਨਾਂ ਨੂੰ ਕਿਸੇ ਰਾਹਤ ਭਰੀ ਥਾਂ ਤੇ ਲੈ ਜਾਏਗਾ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਵਿੱਚ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਟ ਯਾਨੀ ਕਿ ISIL ਦੇ ਠਿਕਾਣਿਆਂ ਤੇ ਹਮਲੇ ਦੇ ਦਾ ਹੁਕਮ ਦੇ ਹੀ ਦਿੱਤੇ ਸਨ ਅਤੇ ਨਾਲ ਹੀ ਸਿੰਜਰ ਪਹਾੜ ਤੇ ਫਸੇ ਹਜ਼ਾਰਾਂ ਲੋਕਾਂ ਨੂੰ ਮਦਦ ਦੇਣ ਦਾ ਵੀ ਫੈਸਲਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਬੀਤੇ ਅਗਸਤ ਮਹੀਨੇ ਦੇ ਦੌਰਾਨ ਇਸ ਬਾਬਤ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਅਮਰੀਕੀ ਹੈਲੀਕਾਪਟਰ ਸਿੰਜਰ ਪਹਾੜ ਤੇ ਫਸੇ ਲੋਕਾਂ ਨੂੰ ਹਰ ਰੋਜ਼ ਰਾਸ਼ਨ ਮੁਹੱਈਆ ਕਰਵਾ ਰਹੇ ਸਨ ਅਤੇ ਨਾਲ ਹੀ ਬਿਮਾਰ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣੇ ਨਾਲ ਹੈਲੀਕਾਪਟਰ ਵਿੱਚ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਵੀ ਕਰਵਾ ਰਹੇ ਸਨ। ਪਰ ਇਹ ਕੰਮ ਇੰਨਾ ਸੌਖਾ ਵੀ ਨਹੀਂ ਸੀ, ਕਿਉਂਕਿ ਮੌਤ ਦੇ ਡਰ ਤੋਂ ਇਹਨਾਂ ਲੋਕਾਂ ਵਿੱਚੋਂ ਕੋਈ ਵੀ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਰਹਿਣਾ ਚਾਹੁੰਦਾ ਸੀ ਅਤੇ ਹੈਲੀਕਾਪਟਰ ਵਿੱਚ ਬੈਠਣ ਦੇ ਲਈ ਵੀ ਇੱਕ ਦੂਜੇ ਨੂੰ ਪਿੱਛੇ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ ਸੀ। ਅਮਰੀਕੀ ਫੌਜ ਮੁਤਾਬਕ ਇਸ ਦੌਰਾਨ ਕਈ ਵਾਰ ਹੈਲੀਕਾਪਟਰ ਦਾ ਨੁਕਸਾਨ ਵੀ ਹੁੰਦਿਆਂ ਬਚਿਆ ਸੀ। ਅਮਰੀਕਾ ਦੀ ਕੇਂਦਰੀ ਕਮਾਨ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਅਮਰੀਕੀ ਫੌਜੀਆਂ ਵੱਲੋਂ ISIL ਦੀਆਂ ਕਈ ਚੌਕੀਆਂ ਤੇ ਅਤੇ ਇਲਾਕੇ ਵਿੱਚ ਮੌਜੂਦ ਆਮ ਲੋਕਾਂ ਦੀ ਸੁਰੱਖਿਆ ਲਈ ਸਿੰਜਰ ਪਹਾੜ ਦੇ ਨੇੜੇ ISIL ਦੇ ਕਈ ਠਿਕਾਣਿਆਂ ਅਤੇ ਕਈ ਗੱਡੀਆਂ ਤੇ ਸਫਲਤਾਪੂਰਵਕ ਹਵਾਈ ਹਮਲੇ ਵੀ ਕੀਤੇ ਗਏ ਸਨ। ਫੌਜੀਆਂ ਵੱਲੋਂ ਸਿੰਜਰ ਸ਼ਹਿਰ ਦੇ ਦੱਖਣ ਵਿੱਚ ਸਥਿਤ ISIL ਦੀ ਚੌਕੀ ਨੂੰ ਵੀ ਉਡਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਸੀ, ਜਦਕਿ ਅਮਰੀਕੀ ਫੌਜੀਆਂ ਵੱਲੋਂ ਸਿੰਜਰ ਪਹਾੜ ਤੇ ਮੌਜੂਦ ISIL ਤੋਂ ਡਰ ਕੇ ਲੁਕੇ ਹੋਏ ਹਜ਼ਾਰਾਂ ਨਾਗਰਿਕਾਂ ਦੇ ਲਈ ਲਗਾਤਾਰ ਖਾਣਾ ਅਤੇ ਪਾਣੀ ਹੈਲੀਕਾਪਟਰ ਰਾਹੀਂ ਹੇਠਾਂ ਸੁੱਟਿਆ ਜਾਂਦਾ ਰਿਹਾ। ਹੈਲੀਕਾਪਟਰ ਦੇ ਜ਼ਰੀਏ ਇਹਨਾਂ ਲੋਕਾਂ ਕੋਲ ਖਾਣਾ ਭੇਜਿਆ ਗਿਆ, ਜਦਕਿ ਤਕਰੀਬਨ 1 ਲੱਖ ਖਾਣੇ ਦੇ ਪੈਕੇਟ ਅਤੇ 25,000 ਗੈਲਨ ਪਾਣੀ ਵੀ ਮੁਹੱਈਆ ਕਰਵਾਇਆ ਗਿਆ ਸੀ, ਜਦਕਿ ਕੁਝ ਸਮੇਂ ਪਹਿਲਾਂ ਤੱਕ ਇਹ ਵੀ ਕਿਹਾ ਜਾ ਰਿਹਾ ਸੀ ਕਿ ਹਾਲਾਤ ਨਾਜ਼ੁਕ ਬਣੇ ਹੋਏ ਨੇ ਅਤੇ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ, ਕਿਉਂਕਿ ਇਰਾਕ ਵਿੱਚ ਰਾਹ ਚੱਲਦੇ ਹੋਏ ਕਿਸੇ ਵੀ ਸ਼ਖਸ ਨੂੰ ਭਾਵੇਂ ਉਹ ਬੱਚੇ ਹੋਣ, ਔਰਤਾਂ, ਮੁੰਡੇ ਜਾਂ ਫਿਰ ਬਜ਼ੁਰਗ, ਸਭ ਨੂੰ ਬਿਨਾਂ ਕਿਸੇ ਕਾਰਨ ਦਹਿਸ਼ਤਗਰਦ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਰਹੇ ਸਨ ਅਤੇ ਆਪਣੀ ਦਹਿਸ਼ਤ ਬਰਕਰਾਰ ਰੱਖਣਾ ਚਾਹੁੰਦੇ ਸਨ। ਦਹਿਸ਼ਤਗਰਦਾਂ ਦਾ ਕੋਈ ਧਰਮ ਨਹੀਂ ਹੁੰਦਾ। ਆਪਣੀਆਂ ਜਾਇਜ਼ ਨਾਜਾਇਜ਼ ਮੰਗਾਂ ਦੀ ਪੂਰਤੀ ਲਈ ਬੇਕਸੂਰ ਲੋਕਾਂ ਦਾ ਕਤਲ ਕਰਨਾ ਅਤੇ ਫਿਰ ਸਰਕਾਰ ਤੇ ਦਬਾਅ ਪਾਉਣਾ, ਸਿਰਫ ਇਸੇ ਕੰਮ ਨੂੰ ਅੰਜਾਮ ਦਿੰਦੇ ਨੇ ਦਹਿਸ਼ਤਗਰਦ। ਸਾਲ 2014 ਦੇ ਜੁਲਾਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਇੱਕ ਅਜਿਹੀ ਖਬਰ ਆਈ ਜਿਸ ਨੇ ਨਾ ਸਿਰਫ ਅਮਰੀਕਾ ਨੂੰ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਜੀ ਹਾਂ, ਇਸੇ ਮਹੀਨੇ ਅਮਰੀਕੀ ਪੱਤਰਕਾਰ ਦਾ ਇਰਾਕ ਵਿੱਚ ਸਿਰ ਕਲਮ ਕਰ ਦਿੱਤਾ ਗਿਆ ਸੀ। ਸਾਲ 2014
ਅਮਰੀਕਾ ਅਤੇ ਇਰਾਕ ਲਈ ਇਹ ਅਜਿਹਾ ਸਾਲ ਹੋ ਨਿਬੜਿਆ ਜਿਸ ਨੇ ਨਾ ਸਿਰਫ ਦੋਹਾਂ ਮੁਲਕਾਂ ਵਿਚਾਲੇ ਦਹਿਸ਼ਤ ਭਰਿਆ ਮਾਹੌਲ ਬਣਾਈ ਰੱਖਿਆ ਬਲਕਿ ਇਰਾਕ ਵਿੱਚ ਕਈ ਅਜਾਈ ਜਾਨਾਂ ਵੀ ਚਲੀਆਂ ਗਈਆਂ। ਜੀ ਹਾਂ, ਇਰਾਕ ਵਿੱਚ ਅਮਰੀਕੀ ਪੱਤਰਕਾਰ ਜੇਮਸ ਫੋਲੀ ਨੂੰ ਜੁਲਾਈ ਮਹੀਨੇ ਦੇ ਦੌਰਾਨ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਖਬਰਾਂ ਮੁਤਾਬਕ ਆਈਐਸ ਦੇ ਦਹਿਸ਼ਤਗਰਦਾਂ ਨੇ ਪੱਤਰਕਾਰ ਜੇਮਸ ਫੋਲੀ ਨੂੰ ਰਿਹਾ ਕਰਨ ਦੇ ਬਦਲੇ ਅਮਰੀਕਾ ਤੋਂ 10 ਕਰੋੜ ਯੂਰੋ ਯਾਨੀ ਕਿ ਤਕਰੀਬਨ 8 ਅਰਬ ਰੁਪਏ ਦੀ ਵੱਡੀ ਫਿਰੌਤੀ ਦੀ ਮੰਗ ਕੀਤੀ ਸੀ। ਪਰ ਅਮਰੀਕਾ ਨੇ ਆਈਐਸ ਦਹਿਸ਼ਤਗਰਦਾਂ ਦੀ ਮੰਗ ਤਾਂ ਨਹੀਂ ਮੰਨੀ, ਪਰ ਪੱਤਰਕਾਰ ਨੂੰ ਰਿਹਾ ਕਰਵਾਉਣ ਲਈ ਕਮਾਂਡੋ ਆਪਰੇਸ਼ਨ ਜ਼ਰੂਰ ਚਲਾਇਆ ਜੋ ਨਾਕਾਮ ਸਾਬਿਤ ਹੋਇਆ। ਦਰਅਸਲ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੰਕੇਤ ਦੇ ਦਿੱਤੇ ਸਨ ਕਿ ਅਮਰੀਕਾ ਇਰਾਕ ਵਿੱਚ ਆਪਣੇ ਫੌਜੀ ਅਤੇ ਇੰਟੈਲੀਜੈਂਸ ਆਪਰੇਸ਼ਨ ਨੂੰ ਨਾ ਸਿਰਫ ਜਾਰੀ ਰੱਖੇਗਾ ਸਗੋਂ ਇਸ ਨੂੰ ਹੋਰ ਵੀ ਵਧਾਏਗਾ। ਖਾਸ ਗੱਲ ਇਹ ਵੀ ਰਹੀ ਕਿ ਅਮਰੀਕਾ ਅਤੇ ਬ੍ਰਿਟੇਨ ਦਾ ਧਿਆਨ ਉਸ ਸ਼ਖਸ ਤੇ ਸੀ ਜਿਸ ਨੇ ਜੇਮਸ ਫੋਲੀ ਦਾ ਕਤਲ ਕੀਤਾ ਸੀ, ਕਿਉਂਕਿ ਦਹਿਸ਼ਤਗਰਦਾਂ ਨੇ ਕਤਲ ਕਰਨ ਤੋਂ ਪਹਿਲਾਂ ਇੱਕ ਵੀਡੀਓ ਰਾਹੀਂ ਇਸ ਨੂੰ ਆਈਐਸ ਤੇ ਅਮਰੀਕੀ ਹਮਲਿਆਂ ਦੇ ਖਿਲਾਫ ਬਦਲੇ ਦੀ ਕਾਰਵਾਈ ਦੱਸਿਆ ਸੀ ਅਤੇ ਜੋ ਵੀਡੀਓ ਜਾਰੀ ਕੀਤਾ ਗਿਆ ਸੀ ਉਸ ਨੂੰ ਬਾਰੀਕੀ ਨਾਲ ਵੇਖਣ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਕਤਲ ਕਰਨ ਵਾਲੇ ਦੀ ਆਵਾਜ਼ ਅਤੇ ਉਸ ਦੇ ਬੋਲਣ ਦਾ ਲਹਿਜ਼ਾ ਬ੍ਰਿਟੇਨ ਦੀ ਬੋਲੀ ਨਾਲ ਮੇਲ ਖਾਂਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ। ਦੱਸਿਆ ਇਹ ਵੀ ਜਾ ਰਿਹਾ ਸੀ ਕਿ ਜੇਮਸ ਦਾ ਸ਼ੱਕੀ ਕਾਤਲ ਬਰਤਾਨਵੀ ਜਿਹਾਦੀ ਗੈਂਗ ਦ ਬੀਟਲਸ ਦਾ ਹਿੱਸਾ ਹੋ ਸਕਦਾ ਹੈ। ਇਹ ਗੈਂਗ ਆਈਐਸ ਲਈ ਪੱਛਮੀ ਦੇਸ਼ਾਂ ਦੇ ਬੰਦੀ ਬਣਾਏ ਲੋਕਾਂ ਦੀ ਪਹਿਰੇਦਾਰੀ ਦਾ ਹਾਲਾਂ ਵੀ ਕੰਮ ਕਰਦਾ ਹੈ। ਅਮਰੀਕੀ ਅਤੇ ਬ੍ਰਿਟਿਸ਼ ਇੰਟੈਲੀਜੈਂਸ ਕਮਿਊਨਿਟੀ ਨੂੰ ਭਰੋਸਾ ਹੈ ਕਿ ਖਾਲਿਦ ਸ਼ੇਖ ਮੁਹੰਮਦ ਅਤੇ ਓਸਾਮਾ ਬਿਨ ਲਾਦੇਨ ਦੀ ਤਰ੍ਹਾਂ ਹੀ ਜੇਮਸ ਫੋਲੀ ਦੇ ਕਤਲ ਦੀ ਵੀ ਪਛਾਣ ਕਰਕੇ ਉਸ ਨੂੰ ਇਸ ਜੁਰਮ ਦੀ ਸਜ਼ਾ ਦਿੱਤੀ ਜਾਏਗੀ। ਰਾਸ਼ਟਰਪਤੀ ਬਰਾਕ ਓਬਾਮਾ ਇਸ ਪੂਰੇ ਮਾਮਲੇ ਵਿੱਚ ਭਾਵੇਂ ਜ਼ਿਆਦਾ ਤਵੱਜੋ ਦੇ ਰਹੇ ਸਨ, ਪਰ ਜੇਮਸ ਫੋਲੀ ਦੇ ਕਤਲ ਤੋਂ ਪਹਿਲਾਂ ਆਈਐਸ ਦੀ ਮੰਗ ਤੇ ਉਹਨਾਂ ਨੇ ਸਖਤ ਰੁਖ ਅਪਣਾਈ ਰੱਖਿਆ, ਜਿਸ ਨੂੰ ਲੈ ਕੇ ਜੇਮਸ ਦੇ ਪਰਿਵਾਰਕ ਮੈਂਬਰਾਂ ਨੇ ਜ਼ਰੂਰ ਓਬਾਮਾ ਸਰਕਾਰ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਸੀ, ਕਿਉਂਕਿ ਸਾਲ 2012 ਦੇ ਨਵੰਬਰ ਮਹੀਨੇ ਤੋਂ ਹੀ ਜੇਮਸ ਦਹਿਸ਼ਤਗਰਦਾਂ ਦੇ ਕਬਜ਼ੇ ਵਿੱਚ ਸੀ ਅਤੇ ਲਗਾਤਾਰ ਜੇਮਸ ਦਾ ਪਰਿਵਾਰ ਉਸ ਨੂੰ ਰਿਹਾ ਕਰਵਾਉਣ ਲਈ ਮਦਦ ਦੀ ਅਪੀਲ ਕਰਦਾ ਰਿਹਾ ਸੀ, ਜਦਕਿ ਬਰਾਕ ਓਬਾਮਾ ਦਹਿਸ਼ਤਗਰਦਾਂ ਦੇ ਸਖਤ ਰੁਖ ਅਪਣਾਉਂਦੇ ਰਹੇ। ਅਮਰੀਕਾ ਦੇ ਲੋਕ ਹਾਲਾਂ ਇਸ ਕਤਲ ਤੋਂ ਉਬਰੇ ਵੀ ਨਹੀਂ ਸਨ ਕਿ ਕੁਝ ਹੀ ਦਿਨਾਂ ਬਾਅਦ ਇੱਕ ਹੋਰ ਕਤਲ ਦੀ ਖਬਰ ਆਈ। ਜੀ ਹਾਂ, ਇਹ ਵੀ ਕਤਲ ਕੀਤਾ ਗਿਆ ਸੀ ਅਮਰੀਕੀ ਨਾਗਰਿਕ ਦਾ ਅਤੇ ਇਹ ਨਾਗਰਿਕ ਸੀ ਅਮਰੀਕੀ ਪੱਤਰਕਾਰ ਜੋ ਕਿ ਇਰਾਕ ਵਿੱਚ ਲੋਕਾਂ ਨੂੰ ਖਬਰਾਂ ਮੁਹੱਈਆ ਕਰਵਾਉਣ ਲਈ ਗਿਆ ਸੀ, ਪਰ ਉਸੇ ਆਪਣੇ ਹੀ ਮਾਪਿਆਂ ਨੂੰ ਉਸਦੀ ਮੌਤ ਦੀ ਖਬਰ ਮਿਲ ਗਈ। ਹਾਲਾਂ ਜੇਮਸ ਫੋਲੀ ਦੇ ਕਤਲ ਦੇ ਜ਼ਖਮ ਭਰੇ ਵੀ ਨਹੀਂ ਸਨ ਕਿ ਆਈਐਸ ਦਹਿਸ਼ਤਗਰਦ ਜਥੇਬੰਦੀ ਨੇ 2 ਹਫ਼ਤਿਆਂ ਬਾਅਦ ਇੱਕ ਹੋਰ ਵੀਡੀਓ ਜਾਰੀ ਕਰ ਦਿੱਤਾ, ਜਿਸ ਵਿੱਚ ਇੱਕ ਹੋਰ ਅਮਰੀਕੀ ਪੱਤਰਕਾਰ ਸਟੀਫਨ ਸੌਟਲੋਫ ਦਾ ਸਿਰ ਕਲਮ ਕਰਦਿਆਂ ਹੋਇਆ ਵਿਖਾਇਆ ਗਿਆ ਸੀ। ਇਸ ਵੀਡੀਓ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜਦ ਤੱਕ ਅਮਰੀਕਾ ਹਵਾਈ ਹਮਲੇ ਬੰਦ ਨਹੀਂ ਕਰੇਗਾ ਉਸ ਸਮੇਂ ਤੱਕ ਅਮਰੀਕੀ ਲੋਕਾਂ ਦਾ ਕਤਲ ਉਹ ਕਰਦੇ ਰਹਿਣਗੇ। ਜਦੋਂ ਇਹ ਵੀਡੀਓ ਇੰਟਰਨੈਟ ਤੇ ਪਾਇਆ ਗਿਆ ਤਾਂ ਅਮਰੀਕਾ ਵਿੱਚ ਇੱਕ ਵਾਰ ਫਿਰ ਮਾਤਮ ਦਾ ਮਾਹੌਲ ਪਸਰ ਗਿਆ। ਖਾਸ ਗੱਲ ਇਹ ਵੀ ਸੀ ਕਿ ਆਈਐਸ ਦੇ ਵੀਡੀਓ ਪਹਿਲਾਂ ਖੁਦ ਉਹਨਾਂ ਦੇ ਫੋਰਮ ਤੇ ਹੀ ਨਜ਼ਰ ਆਉਂਦੇ ਸਨ ਅਤੇ ਬਾਅਦ ਵਿੱਚ ਇੰਟਰਨੈਟ ਤੇ ਵਾਇਰਲ ਹੁੰਦੇ ਸਨ। ਖਾਸ ਗੱਲ ਇਹ ਵੀ ਸੀ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਸਟੀਫਨ ਦੀ ਮਾਂ ਨੇ ਆਪਣੀ ਬੇਟੀ ਦੀ ਜ਼ਿੰਦਗੀ ਬਚਾਉਣ ਦੀ ਗੁਹਾਰ ਵੀ ਲਗਾਈ ਸੀ, ਪਰ ਦਹਿਸ਼ਤਗਰਦਾਂ ਸਾਹਮਣੇ ਕੋਈ ਅਪੀਲ ਕੰਮ ਨਾ ਆਈ। ਦਰਅਸਲ ਟਾਈਮਜ਼ ਅਤੇ ਫੋਰਨ ਪਾਲਿਸੀ ਮੈਗਜ਼ੀਨ ਦੇ ਲਈ ਬਤੌਰ ਪੱਤਰਕਾਰ ਕੰਮ ਕਰਨ ਵਾਲੇ 31 ਸਾਲ ਦੇ ਸਟੀਫਨ ਸੀਰੀਆ ਵਿੱਚ ਅਗਸਤ 2013 ਵਿੱਚ ਅਚਾਨਕ ਗਾਇਬ ਹੋ ਗਏ ਸਨ। ਉਸ ਤੋਂ ਬਾਅਦ ਸਟੀਫਨ ਪਹਿਲੀ ਵਾਰ ਆਈਐਸ ਵੱਲੋਂ ਜਾਰੀ ਕੀਤੇ ਗਏ ਉਸ ਵੀਡੀਓ ਵਿੱਚ ਵਿਖਾਈ ਦਿੱਤੇ ਸਨ ਜਿਸ ਵਿੱਚ ਅਮਰੀਕੀ ਪੱਤਰਕਾਰ ਜੇਮਸ ਫੋਲੀ ਦਾ ਕਤਲ ਕਰਦਿਆਂ ਵਿਖਾਇਆ ਗਿਆ ਸੀ। ਹਾਲਾਂਕਿ ਹਾਲ ਹੀ ਵਿੱਚ ਜਾਰੀ ਹੋਏ ਵੀਡੀਓ ਵਿੱਚ ਦਹਿਸ਼ਤਗਰਦ ਵੱਲੋਂ ਅਮਰੀਕਾ ਨੂੰ ਲਗਾਤਾਰ ਤਿੱਖੇ ਸ਼ਬਦਾਂ ਵਿੱਚ ਧਮਕੀ ਵੀ ਦਿੱਤੀ ਗਈ ਸੀ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੋਣਗੀਆਂ ਉਸ ਸਮੇਂ ਤੱਕ ਇਸੇ ਤਰ੍ਹਾਂ ਉਹ ਅਮਰੀਕੀ ਲੋਕਾਂ ਦਾ ਕਤਲ ਕਰਦੇ ਰਹਿਣਗੇ ਅਤੇ ਫਿਰ ਇਹ ਗੱਲ ਸੱਚ ਸਾਬਿਤ ਹੋਈ। ਜਦ ਦਹਿਸ਼ਤਗਰਦਾਂ ਨੇ ਵੇਖਿਆ ਕਿ ਅਮਰੀਕਾ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ 18 ਸਿਰ ਕਲਮ ਕਰ ਦਿੱਤੇ। ਜੀ ਹਾਂ, ਇਹਨਾਂ ਵਿੱਚ ਕੁਝ ਅਮਰੀਕੀ ਨਾਗਰਿਕ ਸਨ ਤਾਂ ਕੁਝ ਸੀਰੀਆ ਫੌਜ ਦੇ ਜਵਾਨ ਜੋ ਕਿ ਇਰਾਕ ਵਿੱਚ ਲੋਕਾਂ ਦੀ ਮਦਦ ਕਰਨ ਲਈ ਗਏ ਸਨ, ਪਰ ਉਹਨਾਂ ਦੀ ਆਪਣੀ ਮਦਦ ਕੋਈ ਨਹੀਂ ਕਰ ਸਕਿਆ। ਨਵੰਬਰ 2014 ਜੀ ਹਾਂ, ਇੱਕ ਵਾਰ ਫਿਰ ਜਿਹਾਦੀ ਗਰੁੱਪ ਆਈਸਿਸ ਨੇ ਅਮਰੀਕਾ ਨੂੰ ਚੇਤਾਵਨੀ ਦੇਣ ਲਈ ਅਗਵਾ ਕੀਤੇ ਅਮਰੀਕੀ ਰਾਹਤ ਕਰਮੀ ਪੀਟਰ ਕੈਸਿਕ ਦਾ ਸਿਰ ਕਲਮ ਕਰ ਦਿੱਤਾ।
YouTube ਤੇ ਪਾਈ ਗਈ ਇੱਕ ਹੋਰ ਵੀਡੀਓ ਵਿੱਚ ਸੀਰੀਆ ਦੀ ਫੌਜ ਦੇ ਘੱਟੋ-ਘੱਟ 18 ਜਵਾਨਾਂ ਦਾ ਸਿਰ ਕਲਮ ਕਰਦਿਆਂ ਵਿਖਾਇਆ ਗਿਆ। ਅਮਰੀਕੀ ਫੌਜ ਦਾ ਸਾਬਕਾ ਫੌਜੀ ਪੀਟਰ ਕੈਸਿਗ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਸੀਰੀਆ ਦੀ ਜੰਗ ਦੇ ਸ਼ਿਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਗਿਆ ਹੋਇਆ ਸੀ। ਦਰਅਸਲ ਇਸ ਦਹਿਸ਼ਤਗਰਦ ਜਥੇਬੰਦੀ ਦਾ ਵਿਰੋਧ ਕਰਨ ਤੇ ਸੀਰੀਆ ਅਤੇ ਇਰਾਕ ਦੇ ਸੈਂਕੜੇ ਕਬਾਇਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਆਈਸਿਸ ਵੱਲੋਂ ਜਾਰੀ ਕੀਤੇ ਗਏ 15 ਮਿੰਟ ਦੇ ਇਸ ਵੀਡੀਓ ਵਿੱਚ ਦਹਿਸ਼ਤਗਰਦਾਂ ਵੱਲੋਂ ਘੱਟ ਤੋਂ ਘੱਟ 18 ਲੋਕਾਂ ਦਾ ਸਿਰ ਕਲਮ ਕਰਦਿਆਂ ਵਿਖਾਇਆ ਗਿਆ ਸੀ। ਦਹਿਸ਼ਤਗਰਦਾਂ ਮੁਤਾਬਕ ਮਾਰੇ ਗਏ ਲੋਕ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਹਿਮਾਇਤੀ ਸਨ। ਨਾਲ ਹੀ ਆਈਸਿਸ ਨੇ ਅਮਰੀਕਾ ਨੂੰ ਇੱਕ ਵਾਰ ਫੇਰ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਆਪਣੇ ਫੌਜੀ ਸੀਰੀਆ ਅਤੇ ਇਰਾਕ ਵਿੱਚੋਂ ਨਾ ਹਟਾਏ ਤਾਂ ਇਸੇ ਤਰ੍ਹਾਂ ਅਮਰੀਕੀ ਨਾਗਰਿਕਾਂ ਦਾ ਕਤਲ ਕੀਤਾ ਜਾਂਦਾ ਰਹੇਗਾ। ਜਿੱਥੇ ਅਮਰੀਕਾ ਇਰਾਕ ਦਾ ਮੁੱਦਾ ਜ਼ੋਰਾਂ ਤੇ ਸੀ ਤਾਂ ਦੂਜੇ ਪਾਸੇ ਲੋਕਾਂ ਨੂੰ ਇਮੀਗ੍ਰੇਸ਼ਨ ਪਾਲਿਸੀ ਵਿੱਚ ਲਿਆਏ ਜਾ ਰਹੇ ਬਦਲਾਅ ਤੋਂ ਵੀ ਕਈ ਉਮੀਦਾਂ ਲੱਗੀਆਂ ਹੋਈਆਂ ਸਨ, ਕਿਉਂਕਿ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਰਹਿ ਰਹੇ ਨੇ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਤਰੀਕੇ ਨਾਲ ਇੱਥੇ ਆਪਣਾ ਗੁਜ਼ਰ ਬਸਰ ਕਰ ਰਹੇ ਨੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਮੀਗ੍ਰੇਸ਼ਨ ਪਾਲਿਸੀ ਵਿੱਚ ਕਈ ਅਹਿਮ ਬਦਲਾਅ ਵੀ ਕੀਤੇ, ਪਰ ਖਾਸ ਗੱਲ ਇਹ ਰਹੀ ਕਿ ਉਹਨਾਂ ਨੂੰ ਵਿਰੋਧੀ ਪਾਰਟੀਆਂ ਦਾ ਵਿਰੋਧ ਵੀ ਝੱਲਣਾ ਪਿਆ। ਸਾਲ 2014 ਦੀ ਸ਼ੁਰੂਆਤ ਤੋਂ ਹੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਸਾਲ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੁਝ ਖਾਸ ਬਦਲਾਅ ਲਿਆ ਸਕਦੇ ਨੇ ਅਤੇ ਫਿਰ ਨਵੰਬਰ ਮਹੀਨੇ ਵਿੱਚ ਇਸ ਦਾ ਬਕਾਇਦਾ ਐਲਾਨ ਵੀ ਕਰ ਦਿੱਤਾ ਗਿਆ। ਦਰਅਸਲ ਅਮਰੀਕੀ ਇਮੀਗ੍ਰੇਸ਼ਨ ਪਾਲਿਸੀ ਤੋਂ ਬਾਅਦ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੱਖਾਂ ਭਾਰਤੀਆਂ ਸਮੇਤ 50 ਲੱਖ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ। ਓਬਾਮਾ ਨੇ ਇਮੀਗ੍ਰੇਸ਼ਨ ਪਾਲਿਸੀ ਵਿੱਚ ਬਦਲਾਅ ਦੀ ਜਾਣਕਾਰੀ ਸੋਸ਼ਲ ਮੀਡੀਆ ਯਾਨੀ ਫੇਸਬੁੱਕ ਦੇ ਜ਼ਰੀਏ ਵੀ ਦਿੱਤੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦੀ ਜਾਣਕਾਰੀ ਹਾਸਲ ਕਰ ਸਕਣ। ਬਰਾਕ ਓਬਾਮਾ ਵੱਲੋਂ ਪਾਲਿਸੀ ਵਿੱਚ ਕੀਤੇ ਗਏ ਬਦਲਾਅ ਮੁਤਾਬਕ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 50 ਲੱਖ ਲੋਕਾਂ ਨੂੰ ਅਸਥਾਈ ਦਸਤਾਵੇਜ਼ ਦਿੱਤੇ ਜਾਣਗੇ, ਜਿਸ ਦੀ ਮਦਦ ਨਾਲ ਉਹ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿਣ ਦੇ ਹੱਕਦਾਰ ਹੋਣਗੇ। ਇਹ ਵੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਮੈਕਸੀਕੋ ਵਿੱਚ ਹੈ, ਜਿੱਥੇ ਤਕਰੀਬਨ 1 ਕਰੋੜ ਤੋਂ ਵੀ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਰਹਿ ਰਹੇ ਨੇ, ਜਿਸ ਵਿੱਚ 4.5 ਲੱਖ ਭਾਰਤੀ ਵੀ ਸ਼ਾਮਲ ਨੇ। ਭਾਵੇਂ ਹੀ ਓਬਾਮਾ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਲੱਖਾਂ ਅਮਰੀਕੀ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ, ਪਰ ਰਿਪਬਲਿਕਨ ਪਾਰਟੀ ਨੇ ਇਸ ਦਾ ਵੱਡੇ ਪੱਧਰ ਤੇ ਵਿਰੋਧ ਵੀ ਕੀਤਾ, ਕਿਉਂਕਿ ਉਹਨਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਨਹੀਂ ਲੈ ਸਕਦੇ ਸਨ ਅਤੇ ਇਹ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਹੈ। ਦਰਅਸਲ ਇਮੀਗ੍ਰੇਸ਼ਨ ਪਾਲਿਸੀ ਵਿੱਚ ਜੋ ਬਦਲਾਅ ਬਰਾਕ ਓਬਾਮਾ ਵੱਲੋਂ ਕੀਤੇ ਗਏ ਸਨ, ਉਹਨਾਂ ਮੁਤਾਬਕ ਸਿਰਫ ਉਹਨਾਂ ਮਾਪਿਆਂ ਨੂੰ ਹੀ ਅਸਥਾਈ ਦਸਤਾਵੇਜ਼ ਦਿੱਤੇ ਜਾਣਗੇ ਜਿਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਪੈਦਾ ਹੋਏ ਨੇ ਅਤੇ ਅਮਰੀਕੀ ਨਾਗਰਿਕ ਨੇ। ਇਸ ਦੇ ਇਲਾਵਾ 3 ਸਾਲਾਂ ਵਿੱਚ ਅਮਰੀਕਾ ਵਿੱਚ ਕਾਨੂੰਨੀ ਘਰ ਦੇ ਮਾਲਕ ਵੀ ਇਸ ਪਾਲਿਸੀ ਦੇ ਤਹਿਤ ਦੇਸ਼ ਵਿੱਚ ਕਾਨੂੰਨੀ ਰੂਪ ਨਾਲ ਰਹਿਣ ਦੀ ਇਜਾਜ਼ਤ ਲੈ ਸਕਦੇ ਨੇ। ਉੱਥੇ ਹੀ 5 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਵਿਆਹੁਤਾ ਜੋੜਾ ਇਸ ਦਾ ਹੱਕਦਾਰ ਹੋਏਗਾ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਰਹਿ ਰਹੇ 37 ਲੱਖ ਲੋਕ ਇਹਨਾਂ ਨਿਯਮਾਂ ਤੇ ਸਹੀ ਬੈਠਦੇ ਨੇ। ਓਬਾਮਾ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਇਹ ਐਲਾਨ ਉਹਨਾਂ ਲੋਕਾਂ ਲਈ ਹੀ ਹੈ ਜੋ ਆਮ ਅਮਰੀਕੀ ਨਾਗਰਿਕਾਂ ਦੀ ਤਰ੍ਹਾਂ ਹਰ ਸਹੂਲਤ ਪਾਉਣ ਦੇ ਹੱਕਦਾਰ ਨੇ ਅਤੇ ਜੇਕਰ ਕੋਈ ਮੁਲਜ਼ਮ ਪਾਇਆ ਗਿਆ ਤਾਂ ਉਸ ਨੂੰ ਵਾਪਸ ਉਸ ਦੇ ਮੁਲਕ ਭੇਜ ਦਿੱਤਾ ਜਾਏਗਾ ਅਤੇ ਜੇਕਰ ਕੋਈ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆਉਣ ਦੀ ਯੋਜਨਾ ਵੀ ਬਣਾ ਰਿਹਾ ਹੈ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ। ਜਿੱਥੇ ਇੱਕ ਪਾਸੇ ਟੈਰਰਿਸਟ ਅਟੈਕਸ ਹੋ ਰਹੇ ਨੇ, ਉੱਥੇ ਦੂਜੇ ਪਾਸੇ ਵਰਲਡ ਪੀਸ ਦੇ ਲਈ ਵੀ ਕਾਫੀ ਕੁਝ ਕੀਤਾ ਜਾ ਰਿਹਾ ਹੈ, which is much needed today। ਜਦੋਂ ਅਸੀਂ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਪਹੁੰਚੇ ਤਾਂ ਹਰ ਧਰਮ, ਫਿਰਕੇ, ਨਸਲ, ਦੇਸ਼, ਕੌਮ, ਜਾਤੀ ਦੇ ਵਿਅਕਤੀਆਂ ਨੂੰ ਆਪਣੀਆਂ ਵੇਸ਼-ਭੂਸ਼ਾਵਾਂ, ਰੰਗ, ਢੰਗ ਅਤੇ ਰੰਗ-ਬਰੰਗੀਆਂ ਪੋਸ਼ਾਕਾਂ ਅਤੇ ਪਹਿਰਾਵੇ ਵਿੱਚ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਕਬਿਤ ਬਾਰ-ਬਾਰ ਜ਼ੁਬਾਨ ਤੇ ਆਉਂਦਾ ਸੀ। ਦੇਹੁਰਾ ਮਸੀਤ ਸੋਈ, ਪੂਜਾਓ ਨਿਵਾਜ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪ੍ਰਮਾਉ ਹੈ, ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ, न्यारे न्यारे देसन के भेस को प्रभाव है, एके नैन एके कान एके देह एके बान, खाक बाद आतिश ओ आप को रलाओ है, अलोह अभेक सोई, पुरान ओ कुरान होई, एक ही स्वरूप सबे एक ही बनाओ है। उत्तरी कोरिया ने लंबे समय तक जंग का संताप हंडाया है ਅਤੇ ਹਾਲੇ ਵੀ ਉੱਥੋਂ ਦੀ ਆਮ ਜਨਤਾ, ਬੱਚੇ, ਬਿਰਧ, ਔਰਤਾਂ, ਕਿਰਤੀ ਕਾਮੇ ਜਾਂ ਕਿਸੇ ਨੂੰ ਵੀ ਪੁੱਛੋ ਕਿ ਜੇ ਉਹਨਾਂ ਨੂੰ ਰੱਬ ਆ ਕੇ 3 ਵਰਦਾਨ ਮੰਗਣ ਲਈ ਕਹੇ ਤਾਂ ਉਹਨਾਂ ਦੀਆਂ ਕੀ ਮੰਗਾਂ ਹੋਣਗੀਆਂ। ਨਿਰਵਿਵਾਦਤ ਤੌਰ ਤੇ ਸਾਰਿਆਂ ਦੀ ਯਕ ਜ਼ਬਾਨ
ਇਹੋ ਮੰਗ ਹੋਵੇਗੀ ਸ਼ਾਂਤੀ, ਸ਼ਾਂਤੀ ਅਤੇ ਸ਼ਾਂਤੀ। ਅਮਨ ਅਤੇ ਸ਼ਾਂਤੀ ਲਈ ਉਹਨਾਂ ਦੀ ਇਸ ਤੜਪ ਨੂੰ ਅਮਲੀ ਰੂਪ ਦਿੱਤਾ ਹੈਵਨਲੀ ਕਲਚਰ ਆਫ ਵਰਲਡ ਪੀਸ ਨਾਮ ਦੀ ਸੰਸਥਾ ਦੇ ਮਾਨ ਹੀ ਲੀ ਅਤੇ ਨਾਮ ਹੀ ਕਿਮ ਦੇ ਤਨਾੜ ਜੋੜੇ ਨੇ ਇਹ ਸੰਮੇਲਨ ਕਰਵਾ ਕੇ। ਭਾਰਤ ਵਿੱਚ ਜਿਵੇਂ 26 ਜਨਵਰੀ ਜਾਂ 15 ਅਗਸਤ ਦੇ ਸਮਾਗਮ ਹੁੰਦੇ ਹਨ, ਉਸ ਪੱਧਰ ਦਾ ਇਹ ਸਾਰੇ ਧਰਮਾਂ ਅਤੇ ਦੇਸ਼ਾਂ ਦਾ ਸਮਾਗਮ ਬਿਨਾਂ ਸਰਕਾਰੀ ਸਹਾਇਤਾ ਦੇ ਸਿਰੇ ਚੜ੍ਹਨਾ ਇੱਕ ਪ੍ਰਤੱਖ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ। ਸਭ ਤੋਂ ਵੱਧ ਹੈਰਾਨੀ ਤਾਂ ਇਹ ਸੀ ਕਿ ਬਿਨਾਂ ਪੁਲਿਸ ਦੀ ਮੌਜੂਦਗੀ ਦੇ ਵਾਲੰਟੀਅਰਸ ਹੀ ਸਾਰਾ ਪ੍ਰਬੰਧ ਕਰ ਰਹੇ ਸਨ। ਇਹ ਸਰਕਾਰੀ ਸਮਾਗਮ ਨਹੀਂ ਸੀ, ਪਰ ਸਹੀ ਮਾਅਨਿਆਂ ਵਿੱਚ ਆਮ ਜਨਤਾ ਦਾ ਸੰਮੇਲਨ ਸੀ, ਜਿਸ ਵਿੱਚ ਬੱਚੇ, ਬੁੱਢੇ, ਸੁਆਣੀਆਂ ਅਤੇ ਬੱਚਿਆਂ ਦੇ ਨਾਲ 2 ਲੱਖ ਦੀ ਗਿਣਤੀ ਵਿੱਚ ਸਮਾਗਮ ਸਥਾਨ ਤੇ ਪੁੱਜੇ। 3 ਦਿਨਾਂ ਚੱਲੇ ਇਸ ਸੰਮੇਲਨ ਦੀ ਆਰੰਭਤਾ ਤੇ ਪਹਿਲਾਂ ਇੱਕ ਵੀਡੀਓ ਵਿਖਾਈ ਗਈ। ਉਸ ਦੇ ਬਾਅਦ 100 ਤੋਂ ਵੱਧ ਦੇਸ਼ਾਂ ਦੇ ਉੱਚ ਅਹੁਦੇਦਾਰਾਂ ਅਤੇ ਧਾਰਮਿਕ ਵਿਅਕਤੀ ਜਦੋਂ ਸਟੇਡੀਅਮ ਵਿੱਚ ਪਹੁੰਚੇ ਤਾਂ ਲੋਕਾਂ ਦਾ ਹੁੰਗਾਰਾ ਅਤੇ ਖੁਸ਼ੀ ਵੇਖਣ ਵਾਲੀ ਸੀ। ਇਸ ਤੋਂ ਬਾਅਦ ਚੇਅਰਮੈਨ ਮਾਨ ਹੀ ਲੀ ਅਤੇ ਚੇਅਰਵੁਮਨ ਨਾਮ ਹੀ ਕਿਮ ਦਾ ਭਾਸ਼ਣ ਹੋਇਆ। ਇਸ ਸ਼ਾਂਤੀ ਸੰਮੇਲਨ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਸੰਬੋਧਨ ਕੀਤਾ। 3 ਫੁੱਟ ਦੀ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਜਦੋਂ ਉਹ ਸ਼ਾਂਤੀ ਦੀ ਗੱਲ ਕਰ ਰਹੇ ਸਨ ਤਾਂ ਇਸ ਦਾ ਆਪਣਾ ਵੱਖਰਾ ਹੀ ਨਜ਼ਾਰਾ ਸੀ। ਉਹਨਾਂ ਨੇ ਸਮਾਗਮ ਵਿੱਚ ਦੱਸਿਆ ਕਿ ਸ਼ਾਂਤੀ ਬਿਨਾਂ ਸ਼ਕਤੀ ਦੇ ਕਾਇਮ ਨਹੀਂ ਰਹਿ ਸਕਦੀ। ਇਸੇ ਲਈ ਗੁਰੂ ਸਾਹਿਬ ਨੇ ਪੂਰਨ ਮਨੁੱਖ ਲਈ ਸੰਤ ਸਿਪਾਹੀ ਦਾ ਸਰੂਪ ਨਿਸ਼ਚਿਤ ਕੀਤਾ ਹੈ। 2014 ਅਮਰੀਕਾ ਦੇ ਸਿਵਲ ਰਾਈਟਸ ਦੇ ਲਈ ਇੱਕ ਬਹੁਤ ਹੀ ਟੈਂਸ਼ਨ ਦਾ ਸਾਲ ਰਿਹਾ ਔਰ ਹਾਲੇ ਵੀ ਇਹ ਟੈਂਸ਼ਨ ਚੱਲਦੀ ਆ ਰਹੀ ਹੈ। ਪੁਲਿਸ ਤੇ ਲਾਅ ਮੇਕਰਸ ਦੇ ਵਿੱਚ, ਪੁਲਿਸ ਤੇ ਪਬਲਿਕ ਦੇ ਵਿੱਚ ਜਿਹੜਾ ਫ੍ਰਿਕਸ਼ਨ ਕ੍ਰੀਏਟ ਹੋਇਆ। ਅਸੀਂ ਗੱਲ ਕਰ ਰਹੇ ਹਾਂ ਫਰਗੂਸਨ ਮਿਜ਼ੋਰੀ ਵਿੱਚ ਮਾਈਕਲ ਬ੍ਰਾਊਨ ਦੇ ਕੇਸ ਦੇ ਬਾਰੇ ਔਰ ਨਿਊਯਾਰਕ ਵਿੱਚ ਐਰਿਕ ਗਾਰਨਰ ਦੇ ਕੇਸ ਦੇ ਬਾਰੇ which partially led to the execution of 2 police officers in New York। ਅਮਰੀਕਾ ਵਰਗਾ ਵਿਸ਼ਾਲ ਦੇਸ਼ ਜਿਸ ਦੇ ਵਿੱਚ ਸਿਕਿਉਰਿਟੀ ਦੇ ਉੱਤੇ ਉਹ ਮਾਣ ਕੀਤਾ ਜਾਂਦਾ ਹੈ, ਪਰ ਪਿਛਲੇ ਦਿਨਾਂ ਦੇ ਵਿੱਚ ਕੁਝ ਐਸੀਆਂ ਅਨਫੋਰਚੂਨੇਟ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਕੁਝ ਨਿਹੱਥੇ ਵਿਅਕਤੀ ਮਾਰੇ ਗਏ। ਇਹ ਕਈ ਵਾਰ ਹੁੰਦਾ ਹੈ, ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਵੀ ਹੁੰਦੀ ਹੈ ਔਰ ਉਸ ਦੇ ਬਾਅਦ ਇਨਕੁਆਇਰੀ ਕੀਤੀ ਜਾਂਦੀ ਹੈ ਔਰ ਜਾਂ ਅਦਾਲਤ ਜਿਹੜੀ ਹੈ ਉਹ ਦੇਖਦੀ ਹੈ ਕਿ ਕੀ ਜਿਹੜਾ ਤਸ਼ੱਦਦ ਜਾਂ ਜਿਹੜੀ ਤਾਕਤ ਦੀ ਵਰਤੋਂ ਕੀਤੀ ਗਈ ਉਹ ਉਸ ਅਨੁਪਾਤ ਵਿੱਚ ਸੀ ਕਿ ਨਹੀਂ। ਪਰ ਇਸ ਕੇਸ ਵਿੱਚ ਚੌਕੇ ਵੱਖਰੀ ਗੱਲ ਇਹ ਸੀ ਕਿ ਉਹ ਦੋਨੋਂ ਹੀ ਪੁਲਿਸ ਆਫਿਸਰ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗ੍ਰੈਂਡ ਜੂਰੀ ਨੇ ਔਰ ਉਸ ਦੇ ਕਰਕੇ ਆਮ ਲੋਕਾਂ ਦੇ ਵਿਚਕਾਰ ਕਾਫੀ ਜ਼ਿਆਦਾ ਉਸ ਦਾ ਰੰਜੋ-ਗਮ ਹੋਇਆ ਔਰ ਉਸ ਦੇ ਉੱਤੇ ਕਾਫੀ ਮੁਜ਼ਾਹਰੇ ਸ਼ੁਰੂ ਹੋਏ। ਪਰ ਇਸ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੋ ਗਈਆਂ, ਜਿਹਦੇ ਕਰਕੇ ਮਾਹੌਲ ਬਹੁਤ ਜ਼ਿਆਦਾ ਇਤਨਾ ਭਾਵਪੂਰਤ ਔਰ ਇਸ ਤਰੀਕੇ ਨਾਲ ਉਤੇਜਕ ਬਣਾ ਦਿੱਤਾ ਗਿਆ ਕਿ ਉਹਦਾ ਇੱਕ ਬਹੁਤ ਹੀ ਭਿਆਨਕ ਔਰ ਦਰਦਨਾਕ ਸਾਕਾ ਵਾਪਰਿਆ ਕਿ 2 ਪੁਲਿਸ ਆਫਿਸਰ ਰਾਮੋਸ ਤੇ ਲੋਈ, ਇਹ ਦੋਨੋਂ ਆਪਣੀ ਗੱਡੀ ਦੇ ਵਿੱਚ ਬੈਠੇ ਸੀ ਪੈਟਰੋਲਿੰਗ ਕਾਰ ਦੇ ਵਿੱਚ, ਪਰ ਇੱਕ ਵਿਅਕਤੀ ਆਇਆ ਔਰ ਮੈਰੀਲੈਂਡ ਦਾ ਸੀ। ਉਸਨੇ ਆ ਕੇ ਦੋਨਾਂ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਸਿੱਧੀ ਉਹਨਾਂ ਦੇ ਸਿਰ 'ਚ ਗੋਲੀ ਮਾਰ ਕੇ ਦੋਨਾਂ ਦਾ ਕਤਲ ਕਰ ਦਿੱਤਾ। ਇਹ ਇੱਕ ਬਿਲਕੁਲ ਐਸੈਸੀਨੇਸ਼ਨ ਸੀ ਜਿਸ ਨੇ ਨਾ ਕੇਵਲ ਸਾਰੇ ਅਮਰੀਕਾ ਨੂੰ ਬਲਕਿ ਪੁਲਿਸ ਫੋਰਸ ਨੂੰ ਪੂਰੀ ਤਰ੍ਹਾਂ ਝੰਜੋੜ ਦਿੱਤਾ। ਜੇ ਅਸੀਂ ਗੱਲ ਕਰਦੇ ਹਾਂ ਸਿਵਲ ਰਾਈਟਸ ਦੇ ਬਾਰੇ then why don't we talk about the biggest employment case ਜਾਂ freedom of speech? That's right, we're talking about Devyani Khobragade and the movie The Interview। ਇਹਨਾਂ ਦੋਨੋਂ ਨਿਊਜ਼ ਨੇ ਇੱਕ ਇੰਟਰਨੈਸ਼ਨਲ ਲੈਵਲ ਤੇ 2 ਗਵਰਨਮੈਂਟਸ ਦੇ ਵਿੱਚ ਫ੍ਰਿਕਸ਼ਨ ਪੈਦਾ ਕਰਤਾ। ਕੌਂਸੂਲੇਟ ਜਨਰਲ ਆਫ ਇੰਡੀਆ ਦੇ ਦਫ਼ਤਰ ਦੇ ਬਾਹਰ ਇਹ ਜਗ੍ਹਾ, ਇਹ ਦਫ਼ਤਰ ਜਿੱਥੇ ਕਦੇ ਮਿਸਿਸ ਖੋਬਰਾਗੜੇ ਜਿਹੜੇ ਕਿ ਭਾਰਤ ਦੇ ਦੂਤ ਸਨ ਔਰ ਜਿਹੜੇ ਇਸ ਕਾਉਂਸਲ ਦੇ ਵਿੱਚ ਕੰਮ ਕਰਦੇ ਸਨ, ਡਿਪਲੋਮੈਟ ਸਨ, ਔਰ ਜਿਨ੍ਹਾਂ ਦੇ ਉੱਤੇ ਅਮਰੀਕਾ ਦੀ ਸਰਕਾਰ ਵੱਲੋਂ ਪ੍ਰੀਤ ਬਰਾਰਾ ਜਿਹੜੇ ਕਿ ਅਟਰਨੀ ਹਨ ਸਰਕਾਰ ਦੇ, ਉਹਨਾਂ ਵੱਲੋਂ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਘਰ ਕੰਮ ਕਰਨ ਵਾਲੀ ਜਿਹੜੀ ਉਹਨਾਂ ਦੇ ਕੰਮ ਕਰਦੀ ਸੀ ਉਹਨੂੰ ਇੱਥੋਂ ਦੇ ਨਿਯਮਾਂ ਦੇ ਮੁਤਾਬਕ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦਿੱਤੀ, ਪੂਰੀ ਉਜਰਤ ਨਹੀਂ ਦਿੱਤੀ। ਸਿਰਫ ਇਸ ਵਜ੍ਹਾ ਕਰਕੇ, ਭਾਵੇਂ ਆਮ ਵੇਖਣ 'ਚ ਗੱਲ ਬੜੀ ਛੋਟੀ ਲੱਗਦੀ ਸੀ, ਪਰ ਅਮਰੀਕਾ ਦੇ ਨਿਯਮਾਂ ਦੇ ਵਿੱਚ, ਕਾਨੂੰਨ ਦੇ ਵਿੱਚ
ਇਹ ਬੜਾ ਵੱਡਾ ਇੱਕ ਮਾਮਲਾ ਬਣ ਗਿਆ ਔਰ ਜਿਹਦੇ ਵਿੱਚ ਦੇਵਯਾਨੀ ਖੋਬਰਾਗੜੇ ਦੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਟ੍ਰਿਪ ਸਰਚ ਕੀਤੀ ਗਈ ਔਰ ਇੱਥੋਂ ਤੱਕ ਕਿ ਉਹ ਜਿਸ ਵੇਲੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਸੀ ਉਹਨਾਂ ਨੂੰ ਉੱਥੋਂ ਹੀ ਅਰੈਸਟ ਕਰਕੇ ਲੈ ਗਏ। ਉਸ ਵੇਲੇ ਚੋਕੇ ਭਾਰਤ ਦੇ ਵਿੱਚ ਚੋਣਾਂ ਦਾ ਮਾਹੌਲ ਸੀ। ਇਹ ਇੱਕ ਮਾਮਲਾ ਬਹੁਤ ਵੱਡਾ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੁੱਕ ਲਿਆ ਔਰ ਉਸ ਦੇ ਬਾਅਦ ਭਾਰਤ ਸਰਕਾਰ ਵੱਲੋਂ ਵੀ ਅਮਰੀਕਾ ਦੇ ਨਾਲ ਬੜੇ ਉੱਚੀ ਪੱਧਰ ਦੇ ਉੱਤੇ, ਦੂਤਾਵਾਸ ਦੇ ਪੱਧਰ ਦੇ ਉੱਤੇ ਗੱਲਬਾਤ ਕੀਤੀ ਗਈ ਔਰ ਖੋਬਰਾਗੜੇ ਨੂੰ ਇੱਥੋਂ ਪਰਮਾਨੈਂਟ ਮਿਸ਼ਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਰਾਜਨੀਤਿਕ ਇਮਿਊਨਿਟੀ ਜਿਹੜੀ ਹੈ ਮਿਲ ਸਕੇ, ਨਹੀਂ ਤਾਂ ਉਹਨਾਂ ਦੀ ਗ੍ਰਿਫਤਾਰੀ ਦਾ ਮੁੜ ਖਤਰਾ ਸੀ ਔਰ ਉਸ ਦੇ ਬਾਅਦ ਉਹ ਭਾਰਤ ਵਾਪਸ ਚਲੇ ਗਏ। ਪਰ ਉੱਥੇ ਜਾ ਕੇ ਹੁਣ ਨਵੀਆਂ ਡਿਵੈਲਪਮੈਂਟਸ ਇਹ ਹੋਈਆਂ ਕਿ ਖੋਬਰਾਗੜੇ ਨੇ ਕੋਈ ਐਸੇ ਬਿਆਨ ਦੇ ਦਿੱਤੇ ਜਿਹੜਾ ਭਾਰਤ ਸਰਕਾਰ ਔਰ ਉਸ ਮਹਿਕਮੇ ਵਿਦੇਸ਼ ਮੰਤਰਾਲੇ ਨੂੰ ਰਾਸ ਨਹੀਂ ਆਏ ਔਰ ਉਹਨਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੇ ਖੋਬਰਾਗੜੇ ਨੂੰ ਇੱਕ ਕਿਸਮ ਦੀ ਕੰਪਲਸਰੀ ਵੇਟ ਵਾਲੀ ਸਿਚੁਏਸ਼ਨ ਦੇ ਵਿੱਚ ਰੱਖ ਦਿੱਤਾ ਹੈ। ਜਿਹੜਾ ਉਹਨਾਂ ਦਾ ਅਹੁਦਾ ਹੈ, ਤਨਖਾਹ ਮਿਲੇਗੀ ਪਰ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜੌਬ ਜਾਂ ਡਿਊਟੀ ਨਹੀਂ ਦਿੱਤੀ ਜਾਏਗੀ। ਇਹ ਇੱਕ ਬਹੁਤ ਵੱਡੀ ਚੀਜ਼ ਹੈ ਔਰ ਉਹਨਾਂ ਦੇ ਉੱਤੇ ਦੋਸ਼ ਇਹ ਵੀ ਲਗਾਇਆ ਗਿਆ ਕਿ ਉਹਨਾਂ ਦੇ ਬੱਚੇ ਜਿਨ੍ਹਾਂ ਦੇ ਕੋਲ ਅਮਰੀਕੀ ਪਾਸਪੋਰਟ ਹਨ ਪਰ ਉਹਨਾਂ ਨੇ ਸਰਕਾਰ ਨੂੰ ਇਹਨਾਂ ਬਾਰੇ ਇਤਲਾਹ ਨਹੀਂ ਦਿੱਤੀ। ਇਹ ਉਹਨਾਂ ਦਾ ਇੱਕ ਵੱਡਾ ਦੋਸ਼ ਹੈ ਜਿਸ ਕਰਕੇ ਉਹਨਾਂ ਦੇ ਉੱਤੇ ਇਹ ਪ੍ਰਸ਼ਾਸਨਿਕ ਕਾਰਵਾਈ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ। ਦੇਵਯਾਨੀ ਪਹਿਲੇ ਅਜੇ ਅਮਰੀਕਾ ਦੇ ਉਹਨਾਂ ਦੇ ਉੱਤੇ ਉਹ ਸਾਰੇ ਮਸਲੇ ਮੁੱਕੇ ਨਹੀਂ, ਹੁਣ ਭਾਰਤ ਦੇ ਵਿੱਚ ਉਹਨਾਂ ਦੇ ਉੱਤੇ ਸ਼ੁਰੂ ਹੋ ਗਏ ਹਨ। ਕਦੋਂ ਇਹ ਸਾਰਾ ਚੀਜ਼ਾਂ ਆਪਣੇ ਅੰਜਾਮ ਤੱਕ ਪਹੁੰਚਣਗੀਆਂ, ਕਿਸ ਵੇਲੇ ਖੋਬਰਾਗੜੇ ਇਹਨਾਂ ਸਾਰੇ ਇਲਜ਼ਾਮਾਂ ਤੋਂ ਬਰੀ ਹੋ ਕੇ ਮੁੜ ਆਪਣੀ ਡਿਊਟੀ, ਆਪਣੇ ਫਰਜ਼ ਅਦਾ ਕਰ ਸਕਣਗੀਆਂ, ਇਹ ਸਮਾਂ ਦੱਸੇਗਾ। ਅਮਰੀਕਾ ਨੂੰ ਮਾਣ ਹੈ ਬੋਲਣ ਦੀ ਆਜ਼ਾਦੀ ਦਾ, ਅਮਰੀਕਾ ਨੂੰ ਮਾਣ ਹੈ ਵਿਚਾਰਾਂ ਦੀ ਆਜ਼ਾਦੀ ਦਾ ਔਰ ਇਹ ਕਿਸੇ ਹੱਦ ਤੱਕ ਵੀ ਲੈ ਜਾ ਸਕਦੇ ਹਨ। ਕੁਝ ਸਾਲ ਪਹਿਲਾਂ ਜਦੋਂ ਇੱਕ ਨਾਵਲ ਲਿਖਿਆ ਗਿਆ ਸੀ ਦ ਫਿਫਥ ਹਾਰਸਮੈਨ, ਜਿਸ ਦੇ ਵਿੱਚ ਇਹ ਵਿਖਾਇਆ ਗਿਆ ਕਿ ਲੀਬੀਆ ਕਰਨਲ ਗਦਾਫੀ ਵੱਲੋਂ ਨਿਊਯਾਰਕ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅਮਰੀਕਨਾਂ ਨੇ ਉਸ ਨਾਵਲ ਨੂੰ ਵੀ ਬੜੇ ਚਾਅ ਨਾਲ ਪੜ੍ਹਿਆ ਔਰ ਕਿਸੇ ਨੇ ਉਸ ਦੇ ਉੱਤੇ ਕੋਈ ਇਤਰਾਜ਼ ਨਹੀਂ ਕੀਤਾ। ਪਰ ਹੁਣ ਇਸ ਵਾਰ ਕੁਝ ਨਵੀਂ ਚੀਜ਼ ਇਹ ਆਈ ਕਿ ਸੈਥ ਰੋਗਨ ਤੇ ਜੇਮਸ ਫਲੈਂਕੋ ਇਹਨਾਂ ਨੇ ਇੱਕ ਫਿਲਮ ਬਣਾਈ। ਉਹ ਫਿਲਮ ਦਾ ਨਾਮ ਹੈ ਦ ਇੰਟਰਵਿਊ। ਉਸ ਇੰਟਰਵਿਊ ਫਿਲਮ ਦੇ ਪਲਾਟ ਨੂੰ ਲੈ ਕੇ ਇਹ ਦੱਸਿਆ ਗਿਆ ਉਹਨਾਂ ਨੇ ਕਿ ਨੂੰ ਸਿਨੇਮਾ ਕੰਪਨੀ ਨੂੰ ਔਰ ਇਹਨਾਂ ਸਾਰਿਆਂ ਨੂੰ ਸੋਨੀ ਜਿਨ੍ਹਾਂ ਦੀ ਇਹ ਪਿਕਚਰ ਸੀ ਉਸ ਕੰਪਨੀ ਨੂੰ ਬਹੁਤ ਵੱਡੇ ਪੈਮਾਨੇ ਦੇ ਉੱਤੇ ਧਮਕੀਆਂ ਮਿਲੀਆਂ। ਜਦੋਂ ਉਸ ਦਾ ਅਸਰ ਨਾ ਹੋਇਆ ਤਾਂ ਹੈਕਰਸ ਵੱਲੋਂ ਸੋਨੀ ਕੰਪਨੀ ਦੇ ਸਾਰੇ ਕੰਪਿਊਟਰਸ ਹੈਕ ਕਰ ਲਏ ਗਏ, ਉਹਨਾਂ ਦੇ ਸਾਰੇ ਸਟਾਫ ਦਾ ਨਿੱਜੀ ਡਾਟਾ ਵੀ ਹੈਕ ਕਰ ਲਿਆ ਗਿਆ, ਉਹਨਾਂ ਦੀਆਂ ਨਿੱਜੀ ਤਸਵੀਰਾਂ ਔਰ ਸਾਰਾ ਕੁਝ ਜਿਹੜਾ ਹੈ ਉਹ ਪਬਲਿਕ ਕਰ ਦਿੱਤਾ ਗਿਆ। ਇਸ ਦੇ ਬਾਅਦ ਸੋਨੀ ਨੇ ਮਜਬੂਰ ਹੋ ਕੇ ਜਿੰਨੇ ਵੀ ਅੱਗੇ ਚੁੱਕ ਕੇ ਇਸ ਦੇ ਉੱਤੇ ਸੋਨੀ ਨੇ ਇਹ ਜਵਾਬ ਦਿੱਤਾ ਕਿ ਅਮਰੀਕੀ ਰਾਸ਼ਟਰਪਤੀ ਬਲਕਿ ਉਹਨਾਂ ਨੇ ਸਾਰੇ ਦੇ ਸਾਰੇ ਚੈਨਲਸ ਤੱਕ ਇਹ ਕੋਸ਼ਿਸ਼ ਕੀਤੀ, ਉਹਨਾਂ ਨੂੰ ਆਗਾਹ ਕੀਤਾ ਪਰ ਕਿਸੇ ਨੇ ਉਹਨਾਂ ਦੀ ਮਦਦ ਨਾ ਕੀਤੀ। ਪਰ ਅਖੀਰ ਦੇ ਵਿੱਚ ਹੁਣ ਜਿਹੜੀ ਕਿ ਫਿਲਮ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਿਹੜੇ ਪਾਸੇ ਜਾਣਗੀਆਂ ਇਹ ਇਸ ਵੇਲੇ ਕਿਹਾ ਨਹੀਂ ਜਾ ਸਕਦਾ। ਅਮਰੀਕਾ ਵਿੱਚ ਸਿੱਖ ਸਦੀਆਂ ਤੋਂ ਵਸਦੇ ਆ ਰਹੇ ਹਨ, ਲੇਕਿਨ ਹਾਲੇ ਵੀ ਇੱਥੇ ਕਾਫੀ ਲੋਕਾਂ ਨੂੰ ਸਿੱਖਾਂ ਦੇ ਸਿੱਖੀ ਸਰੂਪ ਤੇ ਨਾਲੇ ਉਹਨਾਂ ਦੇ ਰਿਲੀਜਨ ਦੀ ਕੋਈ ਨੌਲੇਜ ਨਹੀਂ ਹੈ ਔਰ ਇਹ ਸਾਨੂੰ ਆਏ ਦਿਨ ਵੇਖਣ ਨੂੰ ਮਿਲਦਾ ਹੈ ਜਦੋਂ ਸਿੱਖਾਂ ਤੇ ਨਸਲੀ ਹਮਲਿਆਂ ਦਾ ਵਾਰ ਹੁੰਦਾ ਹੈ। This year, the attack on Sandeep Singh made major headlines not just in America but all over the world, and then Dr. Batra's attack right thereafter. What happened with you last week? ਘਟਨਾ ਇਸ ਤਰ੍ਹਾਂ ਵਾਪਰੀ ਕਿ ਅਸੀਂ 7 ਅਗਸਤ ਨੂੰ ਮੈਂ ਤੇ ਮੇਰੇ ਮਾਤਾ ਜੀ ਡਿਨਰ ਕਰਨ ਵਾਸਤੇ ਅਸੀਂ ਆਪਣੇ ਘਰ ਤੋਂ ਨਿਕਲੇ। ਮੈਂ ਰੂਜ਼ਵੈਲਟ ਆਈਲੈਂਡ ਮੈਨਹੈਟਨ ਦਾ ਵਾਸੀ ਹਾਂ ਤੇ ਅਸੀਂ ਆਪਣੇ ਘਰ ਤੋਂ ਨਿਕਲੇ ਤੇ ਤਕਰੀਬਨ 100 ਫੀਟ ਦੀ ਦੂਰੀ ਤੇ ਅਸੀਂ ਸੀਗੇ ਆਪਣੇ ਘਰ ਤੋਂ ਜਦੋਂ ਇਹ ਟੀਨੇਜਰਸ ਯੁਵਾ ਮੁੰਡੇ ਕੁੜੀਆਂ ਇਹ ਖੜੇ ਸੀ ਆਪਣਾ ਇੱਕ ਗਰੁੱਪ ਬਣਾ ਕੇ ਤੇ ਜਦੋਂ ਇਹਨਾਂ ਨੇ ਸਾਨੂੰ ਲੰਘਦਿਆਂ ਦੇਖਿਆ, ਅਸੀਂ ਤੁਰ ਰਹੇ ਸੀ ਉੱਥੇ ਤੇ ਲੰਘਦਿਆਂ ਦੇਖਿਆ ਤੇ ਇਹਨਾਂ ਨੇ ਸਾਡੇ ਉੱਤੇ ਕਮੈਂਟ ਬੋਲਣੇ ਸ਼ੁਰੂ ਕਰ ਦਿੱਤੇ। ਪਹਿਲਾਂ ਇਹਨਾਂ ਨੇ ਸਾਨੂੰ ਉਸਾਮਾ ਬਿਨ ਲਾਦਨ ਕਿਹਾ, ਫਿਰ ਇਹਨਾਂ ਨੇ ਕਿਹਾ ਗੋ ਬੈਕ ਟੂ ਯੂਰ ਕੰਟਰੀ ਤੇ ਫਿਰ ਮੇਰੇ ਮਾਤਾ ਜੀ ਤੇ ਮੈਂ ਅਸੀਂ ਦੋਨੋਂ ਦਸਤਾਰ ਬੰਦੇ ਹਾਂ। ਉਹ ਅੰਮ੍ਰਿਤਧਾਰੀ ਸਿੰਘਣੀ ਨੇ ਤੇ ਆਪਣੇ ਕੇਸਾਂ ਦੀ ਸੰਭਾਲ ਕਰਦੇ ਨੇ
ਉਹਨਾਂ ਦਾ ਇਹ ਸਰੂਪ ਦੇਖ ਕੇ ਉਹਨਾਂ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। Oh. ਜਦੋਂ ਇਹ ਬੋਲਣਾ ਸ਼ੁਰੂ ਕੀਤਾ ਤੇ ਮੈਨੂੰ ਲੱਗਾ ਕਿ ਹੁਣ ਜਾ ਕੇ ਮੈਨੂੰ ਉਹਨਾਂ ਨੂੰ ਕੁਝ ਕਹਿਣਾ ਪਏਗਾ, ਕਿਉਂਕਿ ਹੁਣ ਸਿਰਫ ਸਾਡੀ ਅਪੀਅਰੈਂਸ ਦੀ ਗੱਲ ਨਹੀਂ ਰਹੇਗੀ, ਇੱਕ ਔਰਤ ਦੇ ਆਨਰ ਦੀ ਗੱਲ ਵੀ ਹੈਗੀ ਇੱਥੇ। ਔਰ ਕੋਈ ਵੀ ਪੁੱਤਰ ਆਪਣੀ ਮਾਂ ਨੂੰ ਇੱਦਾਂ ਦੀ ਭਾਸ਼ਾ ਉਹਨਾਂ ਬਾਰੇ ਅਗਰ ਬੋਲੀ ਜਾਵੇ ਤੇ ਸੁਣ ਕੇ ਜ਼ਰੂਰ ਖੜਾ ਹੋਏਗਾ। How old were these teenagers? ਮੇਰੇ ਖਿਆਲ ਨਾਲ ਉਹ ਤਕਰੀਬਨ 14-15 ਸਾਲ ਦੀ ਉਮਰ ਦੇ ਟੀਨੇਜਰਸ ਸੀਗੇ। ਤਕਰੀਬਨ 10 ਕੁ ਟੀਨੇਜਰਸ ਸੀਗੇ, ਵਿੱਚ ਮੁੰਡੇ ਵੀ ਸੀ, ਕੁੜੀਆਂ ਵੀ ਸੀ। ਅਜੇ ਤੱਕ ਸਾਨੂੰ ਪੁਲਿਸ ਡਿਪਾਰਟਮੈਂਟ ਤੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਕਿਸੇ ਨੂੰ ਅਰੈਸਟ ਕੀਤਾ ਗਿਆ ਹੈ ਜਾਂ ਕਿਸੇ ਦੀ ਪਛਾਣ ਹੋਈ ਹੈ ਹਜੇ ਕਿ ਨਹੀਂ। ਇਹ ਘਟਨਾਵਾਂ ਸਿਰਫ ਅਮਰੀਕਾ 'ਚ ਨਹੀਂ ਬਲਕਿ ਕੈਨੇਡਾ, ਨਿਊਜ਼ੀਲੈਂਡ, ਯੂਰਪ, ਹੋਰ ਵੀ ਕਈ ਜਗ੍ਹਾ 'ਤੇ ਹੋ ਰਹੀਆਂ ਨੇ। ਤੇ ਮੈਂ ਚਾਹੁੰਦਾ ਕਿ ਉੱਥੋਂ ਦੀਆਂ ਜਿਹੜੀ ਗਵਰਨਮੈਂਟ ਏਜੰਸੀਜ਼ ਨੇ ਉਹ ਇਸ ਚੀਜ਼ ਨੂੰ ਸੀਰੀਅਸਲੀ ਲੈਣ। ਪਹਿਲਾਂ ਤਾਂ ਜੋ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨ, ਦੂਸਰਾ ਇੱਕ ਟੀਚਿੰਗ ਮੋਡਿਊਲ ਡਿਵੈਲਪ ਕਰਨ ਤਾਂ ਕਿ ਯੰਗ ਜਨਰੇਸ਼ਨ ਨੂੰ ਟਾਈਮ ਪਏ ਤੇ ਇਸ ਚੀਜ਼ ਬਾਰੇ ਪਤਾ ਲੱਗ ਸਕੇ ਕਿ ਡਾਇਵਰਸਿਟੀ ਕੀ ਹੈ, ਤਾਂ ਕਿ ਇੱਦਾਂ ਦੀ ਘਟਨਾ ਨਾ ਸਿਰਫ ਜਸਪ੍ਰੀਤ ਸਿੰਘ ਨਾਲ ਜਾਂ ਸੰਦੀਪ ਸਿੰਘ ਨਾਲ ਜਾਂ ਸਿੱਖ ਕੌਮ ਨਾਲ ਹੀ ਨਹੀਂ, ਹਰ ਕੌਮ ਦੇ ਬੰਦੇ ਨੂੰ, ਕਿਸੇ ਨੂੰ ਵੀ ਇਸ ਘਟਨਾ ਦਾ ਐਕਸਪੀਰੀਅੰਸ ਨਾ ਹੋਵੇ। This year has been monumental for Sikhs in bringing awareness to who we are. ਪਹਿਲੀ ਵਾਰੀ ਅਮਰੀਕਾ ਦੀ ਹਿਸਟਰੀ ਵਿੱਚ ਵਾਸ਼ਿੰਗਟਨ DC ਵਿੱਚ ਇੱਕ ਕੈਂਪੇਨ ਲਾਂਚ ਕੀਤੀ ਗਈ, National Sikh Campaign, to bring awareness to who Sikhs are and to address the Sikh issues. This was groundbreaking news for all Sikhs in America. Sikh ਅਮਰੀਕਾ ਵਿੱਚ ਸਦੀਆਂ ਤੋਂ ਨੇ, ਲੇਕਿਨ even today ਅੱਜ ਅਗਰ ਲੋਕਾਂ ਨੂੰ ਪੁੱਛੋ ਇੱਥੇ ਕਿ ਸਿੱਖ ਕੌਣ ਨੇ, even now they don't exactly know ਕਿ man wearing a turban with a beard is a Sikh or a non-Sikh. ਔਰ ਇਸ ਅਵੇਅਰਨੈਸ ਨੂੰ ਕ੍ਰੀਏਟ ਕਰਨ ਲਈ, ਲੋਕਾਂ ਨੂੰ ਦੱਸਣ ਲਈ ਕਿ ਸਿੱਖ ਕੌਣ ਨੇ, ਇੱਕ ਨੈਸ਼ਨਲ ਸਿੱਖ ਕੈਂਪੇਨ ਕੀਤੀ ਜਾ ਰਹੀ ਹੈ ਇਨ ਰੌਕਲੈਂਡ, ਮੈਰੀਲੈਂਡ, ਜਿੱਥੇ top strategists and people from Obama's campaign and from Hillary Clinton's campaign are right here who are doing the groundwork and the research to bring forward the news and bring awareness to everyone and let them know who Sikhs are. AKPD ਨੇ President Obama, Bill de Blasio, Hillary Clinton ਤੇ ਹੋਰ ਕਈ ਪੋਲੀਟੀਸ਼ੀਅਨਸ ਦੀ ਕੈਂਪੇਨਸ ਤੇ ਕੰਮ ਕੀਤਾ ਹੈ ਅਤੇ ਹਾਰਟ ਰਿਸਰਚ ਨੇ Melinda and Bill Gates Foundation ਅਤੇ ਹੋਰ ਕਈ ਵੱਡੀ ਆਰਗੇਨਾਈਜੇਸ਼ਨਸ ਦੇ ਲਈ ਰਿਸਰਚ ਕੀਤੀ ਹੈ। ਇਹਨਾਂ ਦੋਨੋਂ ਕੰਪਨੀਆਂ ਨੇ ਅਮਰੀਕਨ ਲੋਕਾਂ ਨੂੰ ਇੱਕ ਨਏ ਔਰ ਸਿੰਪਲ ਤਰੀਕੇ ਨਾਲ ਪੋਜ਼ਿਟਿਵ ਮੈਸੇਜ ਡਿਲੀਵਰ ਕੀਤਾ ਹੈ ਆਪਣੇ ਕਲਾਇੰਟਸ ਦੇ ਲਈ, ਔਰ ਹੁਣ ਇਹ ਦੋਨੋਂ ਕੰਪਨੀਆਂ ਮਿਲ ਕੇ ਸਿੱਖਾਂ ਦੇ ਲਈ ਇੱਕ ਕੈਂਪੇਨ ਸ਼ੁਰੂ ਕਰਨ ਜਾ ਰਹੇ ਹਨ ਤਾਂ ਕਿ ਅਮਰੀਕਾ ਵਿੱਚ ਵਸਦੇ ਹਰ ਇੱਕ ਬੰਦੇ ਨੂੰ ਪਤਾ ਹੋਏ ਕਿ ਸਿੱਖ ਕੌਣ ਨੇ, ਉਹਨਾਂ ਦੀ ਪਹਿਚਾਣ ਕੀ ਹੈ ਤੇ ਫੰਡਾਮੈਂਟਲੀ ਚੇਂਜ ਦ ਪਰਸੈਪਸ਼ਨ ਆਫ ਸਿੱਖਸ ਇਨ ਅਮਰੀਕਾ। Community is excited. All of the ਗੁਰਦੁਆਰਾ ਲੀਡਰਸ ਜਿਹੜੇ ਅੱਜ ਇੱਥੇ ਆਏ ਹੋਏ ਸੀਗੇ, ਉਹਨਾਂ ਦੇ ਵਿਚਾਰਾਂ ਤੋਂ ਇਹੀ ਲੱਗ ਰਿਹਾ ਸੀਗਾ ਕਿ ਸਾਰੇ ਇਸ ਚੀਜ਼ ਦੀ ਵੇਟ ਕਰ ਰਹੇ ਨੇ। ਅਸੀਂ ਵੇਟ ਕਰ ਰਹੇ ਸੀ ਐਜ਼ ਅ ਕਮਿਊਨਿਟੀ। ਸੋ ਸਾਰਿਆਂ ਨੂੰ ਬੜਾ ਅੱਛਾ ਲੱਗਿਆ ਕਿ ਫਾਈਨਲੀ ਸਾਨੂੰ ਸੋਲੂਸ਼ਨ ਨਜ਼ਰ ਆ ਰਿਹਾ ਹੈ। ਸਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਪਿਛਲੇ 13-14 ਸਾਲਾਂ ਤੋਂ, ਜਿਹੜਾ ਸਿੱਖਾਂ ਬਾਰੇ ਇੰਨਾ ਅਗਿਆਨਤਾ ਹੈ, ਲੋਕਾਂ ਨੂੰ ਪਤਾ ਹੀ ਨਹੀਂ ਕੌਣ ਨੇ ਸਿੱਖ, ਤੇ ਸਿੱਖ ਧਰਮ ਬਾਰੇ ਵੀ ਨਹੀਂ ਪਤਾ। ਸੋ ਜਦੋਂ ਉਸ ਕਿਸਮ ਦਾ ਸੋਲੂਸ਼ਨ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਤੇ ਸਾਰਿਆਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਵੀ ਬੜੀ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਸੀ। ਨੈਸ਼ਨਲ ਸਿੱਖ ਕੈਂਪੇਨ ਦਾ ਮਕਸਦ ਹੈ ਕਿ ਜਿਹੜੇ ਸਿੱਖਾਂ ਦੇ ਬਾਰੇ ਜਿਹੜੀ ਅਗਿਆਨਤਾ ਹੈ, ਇਗਨੋਰੈਂਸ ਹੈ, ਉਹਨੂੰ ਦੂਰ ਕਰਨਾ ਹੈ ਤੇ ਵੱਧ ਤੋਂ ਵੱਧ ਜਿਹੜਾ ਅਸੀਂ ਆਪਣਾ ਮੈਸੇਜ ਹੈ ਧਰਮ ਬਾਰੇ ਤੇ ਆਪਣੀ ਆਇਡੈਂਟੀਟੀ ਬਾਰੇ ਹਰ ਲੈਵਲ ਦੇ ਉੱਤੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਦੱਸ ਸਕੀਏ, ਇੰਟਰੋਡਿਊਸ ਕਰ ਸਕੀਏ। ਕਿਉਂਕਿ ਜਿਹੜੀਆਂ ਵੀ ਪ੍ਰੋਬਲਮਸ ਅਸੀਂ ਹੁਣ ਤੱਕ ਫੇਸ ਕੀਤੀਆਂ ਨੇ ਪਿਛਲੇ 13-14 ਸਾਲਾਂ ਤੋਂ 9/11 ਤੋਂ ਬਾਅਦ, ਉਹ ਹੇਟ ਕ੍ਰਾਈਮ ਹੈ ਜਾਂ ਬੁਲਿੰਗ ਹੈ ਜਾਂ ਡਿਸਕ੍ਰਿਮੀਨੇਸ਼ਨ ਹੈ, ਉਹਦਾ ਵੱਡਾ ਰੂਟ ਕਾਰਨ ਹੈ, ਮੂਲ ਕਾਰਨ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਸਿੱਖ ਧਰਮ ਬਾਰੇ, ਨਾ ਲੋਕ ਸਿੱਖਾਂ ਦੀ ਆਇਡੈਂਟੀਟੀ ਬਾਰੇ ਪਤਾ ਹੈ। ਸੋ ਜਦ ਤੱਕ ਇਹ ਚੀਜ਼ ਦੀ ਅਸੀਂ ਐਜੂਕੇਸ਼ਨ ਨਹੀਂ ਕਰਦੇ, ਤਦ ਤੱਕ ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਦੂਰ ਨਹੀਂ ਜਾਣ ਲੱਗੀਆਂ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਨੈਸ਼ਨਲ ਸਿੱਖ ਕੈਂਪੇਨ ਦਾ ਮਕਸਦ ਹੈ ਕਿ ਅਸੀਂ ਇੱਕ ਕੈਂਪੇਨ ਚਲਾਈਏ ਮੈਸਿਵ ਲੈਵਲ ਤੇ ਪ੍ਰੈਜ਼ੀਡੈਂਸ਼ੀਅਲ ਸਟਾਈਲ, ਤਾਂ ਕਿ ਲੋਕਾਂ ਨੂੰ ਸਿੱਖ ਧਰਮ ਤੇ ਸਿੱਖ ਆਇਡੈਂਟੀਟੀ ਬਾਰੇ ਪਤਾ ਲੱਗ ਸਕੇ। ਇਸ ਕੈਂਪੇਨ ਦੇ 4 ਕਨਸੈਪਟਸ ਤੇ ਗੋਲਸ ਹਨ। ਇਹਨਾਂ ਦੇ ਕਨਸੈਪਟ ਹਨ: conduct groundbreaking research and polling that will explore misperceptions towards Sikhs and how new information and visuals can change attitudes. 2. Conduct an integrated media campaign rooted in data-driven,
proven messaging with web and digital and TV advertising and national press coverage. 3. Build a bridge of understanding and mutual interest between Sikh Americans and leaders of other traditions. Build an infrastructure to convene leaders from leading Sikh American organizations in a manner that fosters ongoing collaboration. Or in our concepts de naal, ਉਹਨਾਂ ਦੇ goals ਇਹ ਹਨ to highlight the Sikh community's contributions to American society, create an environment in which Sikhs don't have to hide their articles of faith and who they are as people, a Sikh community that is organized and can bring existing infrastructure to better integrate into American society. ਕੈਂਪੇਨ ਤੋਂ ਸਿੱਖਾਂ ਨੂੰ ਤੇ ਸਿੱਖ ਕਮਿਊਨਿਟੀ ਨੂੰ ਕਾਫੀ ਉਮੀਦ ਹੈ ਕਿ ਆਉਣ ਵਾਲੇ ਵਕਤ ਵਿੱਚ ਅਮਰੀਕਨ ਕਮਿਊਨਿਟੀ ਨੂੰ ਨਾਲੇ ਹਰ ਇੱਕ ਕਮਿਊਨਿਟੀ ਨੂੰ ਇੱਥੇ ਪਤਾ ਚੱਲੇ ਕਿ ਸਿੱਖ ਕੌਣ ਨੇ ਤੇ ਉਹਨਾਂ ਦੇ ਕੋਰ ਵੈਲਿਊਜ਼ ਔਰ ਬਿਲੀਵਸ ਕੀ ਹਨ। We even had the historical case ਜਿੱਥੇ ਟੈਕਸਸ ਵਿੱਚ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਿਟੀ ਵਿੱਚ almost 100 ਪੰਜਾਬੀ ਨੌਜਵਾਨਾਂ ਨੂੰ 1 ਸਾਲ ਤੋਂ ਵੀ ਵੱਧ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ। But this year, some of them were released at a large number. To understand and for people to understand how this process really works, the smugglers, as they call themselves agents, they take the money from the families in India, promising them a beautiful life, the American dream life in America, not telling them all the in-betweens and the nitty-gritties that these people have to go through. That's correct. None of the detainees expected that they would be in jail for this length of time. And we're in this detention center in El Paso, Texas for about 12 to 14 months. That's correct. And when it started, there were about 100, a little over 100 young men that were there. Yes. These gentlemen, the person who came from the Indian government, he came there and instead of helping them, assuring these gentlemen, he instead threatened them and asked them to sign a document provided to him by the American government, by ICE, to go ahead and sign these documents in order for them to get any kind of protection at all from the government that they're running away from, which of course is illegal altogether. Yes. So now, when these young men saw this document, they don't speak English. They don't read or write English, from what I'm understanding. So how did they know what this document is? Who's translating this document for them? The diplomat was yelling at them in Punjabi. They got into a shouting match with each other. Okay. And eventually the detainees threw him out, basically told him to leave. Okay. They didn't want anything more to do with him. ਇਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਭੇਜ ਰਹੇ ਹੋ, ਅਮਰੀਕਨ ਗਵਰਨਮੈਂਟ ਹੁਣੇ ਇਮੀਗ੍ਰੇਸ਼ਨ ਦੇ ਮੈਟਰਸ ਕਾਫੀ ਸੀਰੀਅਸਲੀ ਲੈ ਰਹੇ ਨੇ ਕਿਉਂਕਿ ਹਰ ਰੋਜ਼ ਇੱਥੇ ਕਾਫੀ ਲੋਕ ਇਲੀਗਲੀ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਉਹਨਾਂ ਨੇ ਇਸ ਤਰ੍ਹਾਂ ਦੇ ਕੇਸਿਸ ਲੈ ਕੇ ਇੱਕ ਐਗਜ਼ਾਮਪਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਭੇਜੋਗੇ ਜਾਂ ਆਪਣੇ ਫੈਮਿਲੀ ਮੈਂਬਰਸ ਨੂੰ ਇੱਥੇ ਭੇਜੋਗੇ, ਅਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਾਂਗੇ, ਉਹਨਾਂ ਨੂੰ ਜੇਲ੍ਹ ਅੰਦਰ ਰੱਖਾਂਗੇ ਐਂਡ ਦੇयर इज नो ਗਾਰੰਟੀ ਉਹਨਾਂ ਨੂੰ ਕਦੋਂ ਵਾਪਸ ਭੇਜਿਆ ਜਾਏਗਾ। ਸੋ ਪਲੀਜ਼ ਜਦੋਂ ਤੁਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਇੱਥੇ ਭੇਜ ਰਹੇ ਹੋ, ਥਿੰਕ ਅਬਾਊਟ ਥੀਸ ਥਿੰਗਸ ਕਿਉਂਕਿ ਇਸ ਦੇ ਨਾਲ ਆਫ ਕੋਰਸ ਫਿਜ਼ੀਕਲੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਦਿੱਤੀ ਜਾ ਰਹੀ ਪਰ ਜਿਹੜਾ ਮੈਂਟਲ ਸਟ੍ਰੈਸ ਔਰ ਮੈਂਟਲ ਪ੍ਰੋਬਲਮ ਜਿਹੜੀ ਹੁੰਦੀ ਹੈ ਦੈਟਸ ਦ ਬਿਗਰ ਪ੍ਰੋਬਲਮ। ਤਾਂ ਇਹ ਸਾਰੀਆਂ ਗੱਲਾਂ ਧਿਆਨ ਰੱਖਦੇ ਹੋਇਆਂ ਤੁਸੀਂ 10 ਵਾਰੀ ਸੋਚਣਾ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਇਲੀਗਲੀ ਭੇਜਣਾ ਚਾਹੁੰਦੇ ਹੋ। In 2014 ਵਿੱਚ Sikhs made history ਜਿਸ ਦੇ ਨਾਲ ਉਹਨਾਂ ਨੇ ਸਿਰਫ ਸਿੱਖਾਂ ਨੂੰ ਹੀ ਨਹੀਂ ਬਲਕਿ ਕੈਲੀਫੋਰਨੀਆ ਦੇ ਹਰ ਇੱਕ ਬੰਦੇ ਨੂੰ ਇੱਕ ਰਾਈਟ ਦਿੱਤਾ ਜਿੱਥੇ ਉਹ ਕੰਮ ਤੇ ਰਹਿ ਕੇ ਆਪਣਾ ਪੂਰਾ ਫਰੀडम ਆਫ ਰਿਲੀਜਨ ਪ੍ਰੈਕਟਿਸ ਕਰ ਸਕਦੇ ਹਨ। ਜਦੋਂ AB 1964 ਵਰਕਪਲੇਸ ਰਿਲੀਜਨ ਫਰੀडम ਐਕਟ ਨੇ employers ਦੇ ਲਈ illegal ਕਰਤਾ that they cannot discriminate against anyone based on their race, religion, color or sex, and with that people like Cadet Singh अपने पूरे सिखी स्वरूप अंदर पुलिस अकेडमी विच भर्ती होए। When you started doing it, do you feel कि इत्थे जेडी भी exercises कीतियां जांदियां ने या जेडी तुहाडे कोलों काम करवाए जांदे ने or whatever things you had to do on the field
ਉਸ ਦੇ ਅੰਦਰ ਕਦੀ ਤੁਹਾਨੂੰ ਲੱਗਿਆ there was an obstacle ਜਾਂ ਇੱਥੇ ਦੇ ਸਕੂਲ ਦੀ ਕਮੇਟੀ ਕੋਲੋਂ the board or management ਕੋਲੋਂ ਤੁਹਾਨੂੰ ਕਦੀ ਲੱਗਿਆ ਕਿ ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਦਿਖਾਇਆ ਕਿ this is an obstacle? ਨਹੀਂ ਜੀ, ਇੱਦਾਂ ਮੈਨੂੰ ਕਦੇ ਨਹੀਂ ਲੱਗਾ ਹੈ। ਅਤੇ ਹਮੇਸ਼ਾ ਆਪਣੇ ਗੁਰੂ ਨੇ ਹੀ ਕਿਹਾ ਸੀ ਵੀ ਜੋ ਕੁਛ ਮਰਜ਼ੀ ਆਵੇ ਤੁਸੀਂ ਆਪਣਾ ਕਰਨਾ ਹੈ, ਅਤੇ ਕਦੇ ਮੈਨੂੰ ਆਬਸਟੀਕਲ ਨਹੀਂ ਆਏ ਅਤੇ ਨਾ ਆਉਣੇ ਅਤੇ ਨਾ ਆਉਣ ਦੇਣੇ। ਕਾਫੀ ਪ੍ਰੋਬਲਮਸ ਆਈਆਂ ਨੇ। ਉਸ ਟਾਈਮ ਲਾਅ ਨਹੀਂ ਸੀਗਾ ਹੀ ਸਟਰੋਂਗ। ਉਸ ਟਾਈਮ ਕਿਹਾ ਜਾਂਦਾ ਸੀਗਾ ਵੀ ਜਾਂ ਤੁਹਾਡੇ ਕੋਲ 2 ਆਪਸ਼ਨ ਹੈ, ਜਾਂ ਤੁਸੀਂ ਇਹ ਡਰੀਮ ਪਰਸੂ ਕਰਨਾ ਛੱਡ ਦਿਓ ਜਾਂ ਤੁਸੀਂ ਆਪਣੇ ਕੇਸ 'ਤੇ ਦਾੜੀ ਕਟਾ ਲਓ। ਸੋ ਉਸ ਟਾਈਮ ਇਹੀ ਸੀਗਾ ਵੀ ਹੁਣ ਹੋ ਜਾਊਗਾ, ਲੇਕਿਨ ਥੋੜ੍ਹੀ ਮਿਹਨਤ ਨਾਲ, ਥੋੜ੍ਹੇ ਹੋਰ ਸਟਰੋਂਗ ਵਿਲ ਨਾਲ, ਅਤੇ ਥੋੜ੍ਹੇ ਕੀਪ ਦ ਮੋਰਲ ਅਪ ਐਂਡ ਕੀਪ ਗੋਇੰਗ ਲਾਈਕ ਮੇਰਾ ਸੁਪਨਾ ਸੀਗਾ ਵੀ ਪੁਲਿਸ ਆਫਿਸਰ ਬਣਨਾ ਹੈ, ਭਾਵੇਂ ਜਿੱਥੇ ਮਰਜ਼ੀ ਹੋਵੇ। ਐਂਡ ਜੇ ਆਪਣਾ ਡਰੀਮ ਤੁਸੀਂ ਫੋਲੋ ਕਰਨਾ, ਤੁਹਾਨੂੰ ਕੁਛ ਨਾ ਕੁਛ ਕਰਨਾ ਪੈਂਦਾ ਹੈ। Last but not least, the news that make headlines at every international level was none other than our Indian Prime Minister Narendra Modi's historic first visit to America. Apni community nu address karan de naal he even wooed the business moguls in every way. Madison Square Garden to leke White House tak ਉਹਨਾਂ ਨੇ ਲੋਕਾਂ ਤੇ ਇਸ ਤਰ੍ਹਾਂ ਦਾ ਇੰਪੈਕਟ ਕੀਤਾ ਜੋ ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਨੇ ਨਹੀਂ ਕੀਤਾ ਔਰ ਸ਼ਾਇਦ ਅੱਗੇ ਨਾ ਕਰ ਸਕਣ। सितंबर ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੂਫਾਨੀ ਅਮਰੀਕੀ ਦੌਰਾ ਖਤਮ ਹੋਇਆ ਤੇ ਉਹਨਾਂ ਦਾ ਇਹ ਦੌਰਾ ਪੂਰੀ ਤਰ੍ਹਾਂ ਦੇ ਨਾਲ ਹਾਵੀ ਰਿਹਾ। ਆਪਣੇ ਪੜਾਅ ਦੇ ਆਖਰੀ ਦਿਨ ਯਾਨੀ 5ਵੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਮਿਲੇ ਤੇ ਨਾਲ ਚੱਲਣ ਦਾ ਅਹਿਦ ਲਿਆ। ਸਭ ਤੋਂ ਅਹਿਮ ਰਿਹਾ ਦੋਹਾਂ ਹੀ ਮੁਲਕਾਂ ਵੱਲੋਂ ਕੀਤੀ ਗਈ ਵਿਚਾਰ ਚਰਚਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨ ਵਾਸ਼ਿੰਗਟਨ ਵਿੱਚ ਰਹੇ, ਦੋਹਾਂ ਦਿਨ ਰਾਸ਼ਟਰਪਤੀ ਓਬਾਮਾ ਦੇ ਨਾਲ ਮਿਲੇ। ਪਹਿਲੇ ਦਿਨ ਡਿਨਰ ਤੇ ਦੂਜੇ ਦਿਨ ਆਫੀਸ਼ੀਅਲ ਗੱਲਬਾਤ ਦੇ ਲਈ ਦੋਨੋਂ ਨੇਤਾ ਕਾਰੋਬਾਰ ਤੇ ਰੱਖਿਆ ਸਮੇਤ ਕਈ ਮਸਲਿਆਂ ਤੇ ਕੰਮ ਕਰਨ ਤੇ ਰਾਜ਼ੀ ਹੋਏ। ਪਰ ਸਭ ਤੋਂ ਚੌਂਕਾਉਣ ਵਾਲਾ ਕਦਮ ਰਿਹਾ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੇ ਲਈ ਸਾਂਝਾ ਐਡੀਟੋਰੀਅਲ ਲਿਖਣਾ। ਇਸ ਵਿੱਚ ਦੋਹਾਂ ਨੇਤਾਵਾਂ ਨੇ ਕਿਹਾ ਕਿ ਭਾਰਤ ਅਮਰੀਕਾ ਦੀ ਸਾਂਝੇਦਾਰੀ ਦੁਨੀਆ ਦੇ ਵਿੱਚ ਸਾਲਾਂ ਤੱਕ ਸ਼ਾਂਤੀ ਦਿੰਦੀ ਰਹੇਗੀ। ਇਸ ਵਿੱਚ ਵਿਵੇਕਾਨੰਦ, ਬਾਪੂ, ਵਾਜਪਾਈ ਤੋਂ ਮਾਰਟਿਨ ਲੂਥਰ ਕਿੰਗ ਤੱਕ ਦਾ ਜ਼ਿਕਰ ਕੀਤਾ ਗਿਆ ਔਰ ਇਹ ਚਲੇ ਸਾਥ ਦੇ ਸਾਂਝੇ ਵਾਅਦੇ ਤੇ ਖਤਮ ਹੁੰਦਾ ਹੈ। ਆਖਰੀ ਦਿਨ ਕਰੀਬ 1.5 ਘੰਟੇ ਗੱਲਬਾਤ ਹੋਈ ਤੇ ਕਈ ਵਾਅਦੇ ਕੀਤੇ ਗਏ, ਜਿਨ੍ਹਾਂ ਵਿੱਚੋਂ ਮੁੱਖ ਵਾਅਦਿਆਂ ਤੇ ਤੁਹਾਡੀ ਨਜ਼ਰ ਦਿਵਾਉਂਦੇ ਹਾਂ। ਸਭ ਤੋਂ ਪਹਿਲਾਂ ਕਾਰੋਬਾਰ ਤੇ ਦੋਹਾਂ ਦੇਸ਼ਾਂ ਨੇ ਨਾਲ ਕਦਮ ਵਧਾਉਣ ਦੇ ਵਿੱਚ ਰਜ਼ਾਮੰਦੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਕਟਰ ਕੰਪਨੀਆਂ ਤੋਂ ਅਮਰੀਕਾ ਤੋਂ ਛੁੱਟ ਮਿਲਣ ਦੀ ਮੰਗ ਕੀਤੀ ਤੇ ਅਮਰੀਕਾ ਨੇ ਭਰੋਸਾ ਦਿਵਾਇਆ ਕਿ ਭਾਰਤੀ ਕੰਪਨੀਆਂ ਦੇ ਲਈ ਕਾਰੋਬਾਰ ਨੂੰ ਸਰਲ ਕੀਤਾ ਜਾਏਗਾ। ਦੂਸਰਾ ਸਾਂਝਾ ਸਮਝੌਤਾ ਹੋਇਆ ਰੱਖਿਆ ਦੇ ਉੱਤੇ। ਭਾਰਤ ਅਮਰੀਕਾ ਰੱਖਿਆ ਸਮਝੌਤੇ ਦਾ ਟੈਨਿਓਰ 10 ਸਾਲ ਤੱਕ ਵਧਾਇਆ ਗਿਆ ਹੈ। ਇਸ ਦਾ ਬਿਊਰਾ ਤਿਆਰ ਕੀਤਾ ਜਾ ਰਿਹਾ ਹੈ। ਮੋਦੀ ਨੇ ਰੱਖਿਆ ਦੇ ਖੇਤਰ ਦੇ ਵਿੱਚ ਅਮਰੀਕੀ ਕੰਪਨੀਆਂ ਨੂੰ ਭਾਰਤ ਆ ਕੇ ਨਿਵੇਸ਼ ਕਰਨ ਦਾ ਨਿਯੋਤਾ ਦਿੱਤਾ। ਅੱਤਵਾਦ ਦੇ ਵਿੱਚ ਪਾਕ ਅੱਤਵਾਦ ਦਾ ਹੀ ਜ਼ਿਕਰ ਨਹੀਂ ਹੋਇਆ, ਸਗੋਂ ਪੱਛਮੀ ਏਸ਼ੀਆ ਤੇ ਅਫਗਾਨਿਸਤਾਨ ਦੇ ਵਿੱਚ ਵੱਧ ਰਹੇ ਅੱਤਵਾਦੀ ਖਤਰਿਆਂ ਤੋਂ ਨਜਿੱਠਣ ਦੇ ਲਈ ਵੀ ਦੋਹਾਂ ਹੀ ਮੁਲਕਾਂ ਨੇ ਸਹਿਯੋਗ ਵਧਾਉਣ ਤੇ ਰਜ਼ਾਮੰਦੀ ਕੀਤੀ। ਨਰਿੰਦਰ ਮੋਦੀ ਨੇ ਆਪਣੀ ਸਲਾਹ ਦਿੱਤੀ ਕਿ ਅਫਗਾਨਿਸਤਾਨ ਤੋਂ ਸੈਨਾ ਹਟਾਉਣ ਦੇ ਵਿੱਚ ਅਮਰੀਕਾ ਜਲਦਬਾਜ਼ੀ ਨਾ ਕਰੇ। WTO ਮੋਦੀ ਨੇ ਟ੍ਰੇਡ ਫੈਸਿਲਿਟੇਸ਼ਨ ਐਗਰੀਮੈਂਟ ਦਾ ਸਮਰਥਨ ਕੀਤਾ ਤੇ ਨਾਲ ਕਿਹਾ ਕਿ ਦੁਨੀਆ ਨੂੰ ਸਾਡੀ ਖਾਤ ਸੁਰੱਖਿਆ ਦਾ ਵੀ ਧਿਆਨ ਰੱਖਣਾ ਹੋਏਗਾ। ਉਮੀਦ ਜਤਾਈ ਕਿ ਜਲਦ ਹੀ ਇਹ ਸਮਝੌਤਾ ਸੰਭਵ ਹੋਵੇਗਾ। ATM ਕਰਾਰ ਸਿਵਲ ਨਿਊਕਲੀਅਰ ਸਮਝੌਤੇ ਨੂੰ ਅੱਗੇ ਵਧਾਉਣ ਦੇ ਲਈ ਭਾਰਤ ਤਿਆਰ ਹੈ। ਮੋਦੀ ਨੇ ਕਿਹਾ ਕਿ ਇਸ ਮੁੱਦੇ ਤੇ ਜੋ ਵੀ ਦਿੱਕਤਾਂ ਹੋਣਗੀਆਂ ਜਾਂ ਭਵਿੱਖ ਵਿੱਚ ਜੋ ਦਿੱਕਤਾਂ ਆਉਣਗੀਆਂ ਉਹਨਾਂ ਦਾ ਸਮਾਧਾਨ ਕੱਢਿਆ ਜਾਏਗਾ। 6ਵਾਂ ਜਲਵਾਯੂ ਵਾਤਾਵਰਣ ਪਰਿਵਰਤਨ ਦੇ ਮੁੱਦੇ ਤੇ ਸਹਿਯੋਗ ਤੇ ਸਹਿਮਤੀ ਵਧਾਉਣ ਦੇ ਲਈ ਦੋਹੇ ਦੇਸ਼ ਅੱਗੇ ਵੀ ਗੱਲਬਾਤ ਜਾਰੀ ਰੱਖਣਗੇ। ਇਬੋਲਾ ਵਾਇਰਸ ਦੀ ਰੋਕਥਾਮ ਦੇ ਲਈ ਭਾਰਤ ਅਮਰੀਕਾ ਨੂੰ 61 ਕਰੋੜ ਰੁਪਏ ਦੇਗਾ। ਤੇ ਜੋ ਸਾਂਝਾ ਐਡੀਟੋਰੀਅਲ ਆਇਆ ਉਸ ਦੇ ਵਿੱਚ 5 ਅਹਿਮ ਗੱਲਾਂ ਰਹੀਆਂ। ਪਹਿਲਾ, ਵਪਾਰ, ਵਣਜ ਤੇ ਵਿਗਿਆਨ ਜੋ ਕਿ ਦੋਹਾਂ ਹੀ ਮੁਲਕਾਂ ਨੂੰ ਜੋੜਦੇ ਨੇ। ਇਸ ਦੇ ਨਾਲ ਹੋਰ ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾਏਗਾ। ਇਸ ਸਾਂਝੇ ਐਡੀਟੋਰੀਅਲ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਦੋਹੇ ਮੁਲਕ ਅੱਤਵਾਦ ਦੇ ਖਿਲਾਫ ਮਿਲ ਕੇ ਲੜਨਗੇ ਤੇ ਬਾਕੀ ਦੇ ਮੁਲਕਾਂ ਦੇ ਲੋਕਾਂ ਨੂੰ ਵੀ ਬਚਾਉਣਗੇ। ਦੁਨੀਆ ਨੂੰ ਹਥਿਆਰ ਮੁਕਤ ਬਣਾਉਣ ਤੇ ਹੋਰ ਮੁਲਕਾਂ ਦੇ ਵਿੱਚ ਪਰਮਾਣੂ ਹਥਿਆਰ ਘੱਟ ਕਰਨ ਦੇ ਲਈ ਵੀ ਦੋਹਾਂ ਦੇਸ਼ਾਂ ਨੇ ਆਪਸੀ ਵਚਨਬੱਧਤਾ ਦੁਹਰਾਈ। ਦੋਹੇ ਦੇਸ਼ ਸੁਰੱਖਿਆ ਪਰਿਸ਼ਦ ਦੇ ਵਿੱਚ ਸੁਧਾਰ ਦੇ ਲਈ ਸਹਿਯੋਗ ਕਰਨ ਤੇ ਵੀ ਸਹਿਮਤ ਹੋਏ ਤਾਂ ਜੋ ਭਾਰਤ ਦੀ ਵੱਡੀ ਭੂਮਿਕਾ ਸਾਹਮਣੇ ਆਏ। ਅਮਰੀਕਾ ਨੇ ਪਰਮਾਣੂ ਬਿਜਲੀ ਟੈਕਨੋਲੋਜੀ ਦੇਣ ਦਾ ਭਾਰਤ ਨੂੰ ਭਰੋਸਾ ਦਿੱਤਾ ਤਾਂ ਜੋ ਪ੍ਰਦੂਸ਼ਣ ਘੱਟ ਹੋ ਸਕੇ। ਚਲੇ ਸਾਥ ਦਾ ਨਾਰਾ ਦਿੰਦੇ ਹੋਇਆਂ ਆਪਸੀ ਸਾਂਝੇਦਾਰੀ ਮਜ਼ਬੂਤ ਕਰਨ ਦਾ ਵੀ ਅਹਿਦ ਲਿਆ ਗਿਆ।
ਸਮੁੰਦਰ ਦੇ ਵਿੱਚ ਆਵਾਜਾਈ ਦੀ ਆਜ਼ਾਦੀ ਤੇ ਕਾਰੋਬਾਰ ਦੀ ਸੁਰੱਖਿਆ ਮਿਲ ਕੇ ਸੁਨਿਸ਼ਚਿਤ ਕਰਨ ਦੀ ਵੀ ਗੱਲ ਕੀਤੀ ਗਈ। ਦੋਹਾਂ ਦੇਸ਼ਾਂ ਨੇ ਸਮੁੰਦਰ ਦੇ ਵਿੱਚ ਬੇਰੋਕ-ਟੋਕ ਆਉਣ ਜਾਣ ਦਾ ਮੁੱਦਾ ਚੁੱਕਦਿਆਂ ਹੋਇਆਂ ਕਿਸੇ ਵੀ ਮੁਲਕ ਦਾ ਨਾਮ ਨਹੀਂ ਲਿਆ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਇਸ਼ਾਰਾ ਦੱਖਣ ਤੇ ਪੂਰਬੀ ਚੀਨ ਸਾਗਰ ਦੇ ਵੱਲੋਂ ਹੈ, ਜਿਸ ਦੇ ਇਲਾਕੇ ਤੇ ਚੀਨ ਆਪਣਾ ਦਾਅਵਾ ਜਤਾ ਰਿਹਾ ਹੈ। ਭਾਰਤ ਅਮਰੀਕਾ ਨੇ ਇਹ ਬਿਆਨ ਚੀਨ ਦੇ ਲਈ ਇੰਡਾਇਰੈਕਟ ਚੇਤਾਵਨੀ ਦਿੱਤੀ ਕਿ ਇਸ ਸਮੁੰਦਰੀ ਇਲਾਕੇ ਦੇ ਵਿੱਚ ਆਵਾਜਾਈ ਤੇ ਕੋਈ ਆਂਚ ਆਈ ਤਾਂ ਦੋਨੋਂ ਦੇਸ਼ ਮਿਲ ਕੇ ਉਸ ਚੁਣੌਤੀ ਦੇ ਨਾਲ ਨਜਿੱਠਣਗੇ। Well, जिस तरह तुसी देखा, 2014 was an eventful year for us all. And it was a pleasure and an honor for all of us at PTC to keep bringing the breaking news to you as it happened. इसी तरह अगले साल और आने वाले सालों विच we will continue to bring you all the news that happens right here in North America. साडी PTC ਦੀ ਫੈਮਿਲੀ ਦੀ ਤਰਫੋਂ ਆਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ. Wishing you all a very happy, healthy and a prosperous new year.